एक साहित्यकार बनया बैठा फेसबुक या व्हाट्सएप ते ਇਹਦਾ ਕਾਰਨ ਇਹ ਦੇਖੋ, ਸਾਹਿਤਕਾਰ ਬਣਿਆ ਨਾ, ਸਾਰਿਆਂ ਦੀ ਆਜ਼ਾਦੀ ਹੈ, ਹਰ ਕਿਸੇ ਨੂੰ ਬਣਨਾ ਚਾਹੀਦਾ, ਹੱਕ ਹੈ। ਪਰ ਮੈਂ ਇੱਕ ਬੇਨਤੀ ਕਰਦਾ ਵੀ ਜੇ ਤੁਸੀਂ ਇੱਕ ਕਿਤਾਬ ਲਿਖਣੀ ਹੈ ਨਾ, ਇੱਕ ਨਾਵਲ ਲਿਖਣਾ ਹੈ ਤਾਂ 100 ਨਾਵਲ ਪੜ੍ਹੋ। ਜੇ ਤੁਸੀਂ ਇੱਕ ਕਹਾਣੀ ਲਿਖਣੀ ਹੈ 100 ਕਹਾਣੀ ਪੜ੍ਹੀ ਹੋਣੀ ਚਾਹੀਦੀ ਹੈ। ਇੱਕ ਕਵਿਤਾ ਪੜ੍ਹਨੀ ਹੈ, ਲਿਖਣੀ ਹੈ ਤਾਂ ਉਹਦੇ ਵਾਸਤੇ 10 ਕਿਤਾਬਾਂ ਘੱਟੋ ਘੱਟ ਚੰਗੇ ਲਿਖ ਕੇ ਨੇ ਪੜ੍ਹ ਕੇ ਦੇਖ ਲਓ ਕਿ ਬਾਜਨ ਬਹਿਰ ਅਸੀਂ ਕਿਤੇ ਖੜਦੇ ਹਾਂ। ਅਸੀਂ ਇਹ ਨਹੀਂ ਹਰ ਕੋਈ ਪ੍ਰੋਫੈਸਰ ਪੂਰਨ ਸਿੰਘ ਜੀ ਨਹੀਂ ਹੈਗੇ। ਪੂਰਨ ਸਿੰਘ ਜੀ ਬਹੁਤ ਵੱਡੀ ਸ਼ਖਸੀਅਤ ਸੀਗੇ, ਉਹਨਾਂ ਨੂੰ ਲੈ ਕੇ ਤੁਸੀਂ ਖੁੱਲੀ ਕਵਿਤਾ ਆਪਾਂ ਲਿਖੀ ਜਾਂਦੇ ਹਾਂ, ਪਰ ਉਹਦਾ ਨੁਕਸਾਨ ਤੁਹਾਨੂੰ ਪਤਾ ਨਹੀਂ ਹੈ ਕਿੰਨਾ ਸਾਨੂੰ ਤੇ ਆਪਾਂ ਨੂੰ ਸਾਰਿਆਂ ਨੂੰ ਭੁਗਤਣਾ ਪੈਣਾ ਹੈਗਾ। ਆਉਣ ਵਾਲੇ ਸਮੇਂ 'ਚ ਲੋਕਾਂ ਨੇ ਕਿਤਾਬਾਂ ਪੜ੍ਹਨੀਆਂ ਬੰਦ ਕਰ ਦੇਣੀਆਂ, ਬੰਦ ਕਰ ਰਹੇ ਬਿਲਕੁਲ ਹੀ। ਹਰ ਇੱਕ ਨੌਜਵਾਨ ਦੂਸਰੇ ਨੂੰ, ਮੁੰਡੇ ਕੁੜੀਆਂ ਕਹਿੰਦੇ ਮੈਨੂੰ PDF ਫਾਈਲ ਸ਼ਬਦ ਮਹਾਨ ਕੋਸ਼ ਦੀ ਜਾਏ ਸੈਂਡ ਕਰੋ, ਫਿਰ ਨਿਗਾਹ ਵੀ 200 ਪੇਜ ਪੜਾਂਗੇ, 400 ਨਿਗਾਹ ਸਾਡੀ ਖਤਮ ਹੋ। ਨਹੀਂ, ਉਹ ਪੜ੍ਹਦੇ ਨਹੀਂ। ਜਿਹੜੇ PDF ਮੰਗਾਉਂਦੇ ਉਹ ਕਿੱਥੇ ਪੜ੍ਹਦੇ ਵੀ ਨਹੀਂ। ਐਕਚੁਅਲ ਮੇਰੇ ਵਾਸਤੇ ਜਿਹੜਾ ਸਹੀ ਫੀਲ ਮੈਨੂੰ ਤਾਂ ਕਿਤਾਬ ਫੜ ਕੇ ਆਉਂਦਾ। ਠੀਕ ਹੈ, ਹਰ ਬੰਦੇ ਦੀ ਕਾਬ ਦੇ ਹੋ ਸਕਦਾ ਡਿਜੀਟਲ ਟਾਈਮ ਹੈ, ਆਉਣ ਵਾਲੇ ਸਮੇਂ ਡਿਜੀਟਲ ਕਿਤਾਬਾਂ ਹੋ ਜਾਣ, ਪਰ PDF ਮੰਗਾਉਣ ਵਾਲੇ ਮੇਰਾ ਨਿੱਜੀ ਤਜਰਬਾ ਹੈ ਵੀ ਉਹ ਪੜ੍ਹਦੇ ਨਹੀਂ। ਉਹ PDFਾਂ ਦਾ ਇੱਕ ਬਣਿਆ ਹੋਇਆ ਰਿਵਾਜ ਹੈ ਕਿ ਫਲਾਣੇ ਕੋਲ ਇੰਨੀਆਂ PDF ਹੈ, ਉਹ ਇੱਕ ਪਾਉਂਦਾ, ਬੰਦੇ ਭੱਜ ਭੇਜਦੇ ਆ, ਜਾਂ ਕੁਛ ਇਹੋ ਜਿਹੇ ਹਾਲਾਤ ਨੇ ਕਿ ਕੋਈ ਜੈਂਡਰ ਰੇਸ਼ੋ ਦਾ ਫਰਕ ਹੈ, ਕੀ ਹੈ, ਕੁਛ ਬੰਦੇ ਉਸ ਲੈਵਲ 'ਤੇ ਸੋਚਦੇ ਆ, ਉੱਧਰਲੇ ਪਾਸੇ ਤੁਰਦੇ ਆ। ਸੋ ਮੈਨੂੰ ਲੱਗਦਾ ਵੀ ਇਹ ਜਿਹੜੇ ਮਾੜੇ ਰੁਝਾਨ ਨੇ ਇਹਨਾਂ ਨੂੰ ਆਪਾਂ ਨੂੰ ਬਚਣਾ ਚਾਹੀਦਾ। ਕਿਤਾਬ ਖਰੀਦ ਕੇ ਪੜ੍ਹੋ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਸਵੀਰ ਸਿੱਧੂ, ਚੜ੍ਹਦੀ ਕਲਾ ਮਾਲਵਾ ਨਿਊਜ਼ 'ਤੇ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋ ਰਹੇ। ਜਿਵੇਂ ਕਿ ਹਰ ਵਾਰ ਅਸੀਂ ਕਿਸੇ ਉੱਘੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਉਂਦੇ, ਉਸ ਤਰ੍ਹਾਂ ਹੀ ਅੱਜ ਸਾਡੇ ਨਾਲ ਜੁੜੇ ਹੋਏ ਨੇਗੇ ਸਾਹਿਤਕਾਰ, ਸਾਡੇ ਬਹੁਤ ਹੀ ਅਜ਼ੀਜ਼ ਦੋਸਤ ਭੁਪਿੰਦਰ ਮਾਨ ਜੀ। ਸੋ ਉਹਨਾਂ ਨਾਲ ਅੱਜ ਗੱਲਬਾਤ ਕਰਦੇ ਅਤੇ ਜਾਣਦੇ ਹਾਂ ਉਹਨਾਂ ਤੋਂ ਦਿਲ ਦੀਆਂ ਗੱਲਾਂ। ਭੁਪਿੰਦਰ ਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਚੜ੍ਹਦੀ ਕਲਾ ਮਾਲਵਾ ਨਿਊਜ਼ 'ਤੇ। ਬਹੁਤ ਧੰਨਵਾਦ ਜਸਵੀਰ ਜੀ, ਤੁਹਾਡਾ ਧੰਨਵਾਦ। ਸਾਰੇ ਜਿਹੜੇ ਇਸ ਪ੍ਰੋਗਰਾਮ ਦੇਖ ਰਹੇ ਪਾਠਕ ਹੈ, ਦਰਸ਼ਕ ਆ, ਉਹਨਾਂ ਦਾ ਵੀ ਧੰਨਵਾਦ ਕਿ ਉਹ ਆਪਣਾ ਸਮਾਂ ਕੱਢ ਕੇ ਸਾਡਾ ਪ੍ਰੋਗਰਾਮ ਦੇਖਣਗੇ। ਔਰ ਮੈਂ ਤੁਹਾਡਾ ਇੱਕ ਵਾਰ ਫੇਰ ਇੱਥੇ ਪਹੁੰਚਣੇ ਧੰਨਵਾਦ ਕਰਦਾ। ਮਾਨ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਗੱਲ ਸ਼ੁਰੂ ਕਰੀਏ, ਸਾਡੇ ਜਿਹੜੇ ਦਰਸ਼ਕ ਨੇ ਜਾਂ ਤੁਹਾਡੇ ਸਰੋਤੇ ਨੇਗੇ, ਤੁਹਾਨੂੰ ਪਿਆਰ ਕਰਨ ਵਾਲੇ ਨੇ, ਨਾਵਲ ਪੜ੍ਹਦੇ ਨੇ, ਕਹਾਣੀਆਂ ਪੜ੍ਹਦੇ ਨੇ, ਉਹਨਾਂ ਦੇ ਦਿਲ ਦੇ ਵਿੱਚ ਇੱਕ ਗੱਲ ਹੋਊਗੀ ਕਿ ਤੁਸੀਂ ਆਪਣੇ ਪਰਿਵਾਰਕ ਪਿਛੋਕੜ ਨੂੰ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨਾਲ ਜ਼ਰੂਰ ਸਾਂਝਾ ਕਰੋ। ਬਿਲਕੁਲ ਜੀ, ਪਰਿਵਾਰ ਹੀ ਸਾਡੀ ਜਿਹੜੀ ਪਹਿਲੀ ਪਾਠਸ਼ਾਲਾ ਹੁੰਦੀ ਹੈ। ਜਿਹੜਾ ਸਾਡਾ ਪਰਿਵਾਰ ਹੈਗਾ ਉਹ ਸਾਡਾ ਜਿਹੜਾ ਪੁਰਾਤਨ ਪਿੰਡ ਆ ਉਹ ਮਾੜੀ ਹੈ, ਇੱਥੋਂ 5-6 ਕਿਲੋਮੀਟਰ ਹੈ ਮੇਰੇ ਸ਼ਹਿਰ ਮੌੜ ਮੰਡੀ ਤੋਂ। ਔਰ ਸਾਡਾ ਪਰਿਵਾਰ ਬਹੁਤ ਪੜ੍ਹਿਆ ਲਿਖਿਆ ਪਰਿਵਾਰ ਹੈ। ਪੁਰਾਣੇ ਸਮੇਂ 'ਚ ਮੇਰੇ ਦਾਦਾ ਜੀ ਸਰਦਾਰ ਕਿਰਪਾਲ ਸਿੰਘ ਮਾਨ ਆਪਣੇ ਸਮੇਂ ਦੇ ਵਿੱਚ ਵੱਡੇ ਪੁਲਿਸ ਅਫਸਰ ਰਹੇ ਨੇ। ਉਸ ਸਮੇਂ ਦੇ ਵਿੱਚ ਇਕੱਲੇ ਹੀ ਇਹੋ ਜਿਹੇ ਸ਼ਖਸੀਅਤ ਸੀ ਜਿਹੜੇ ਇਸ ਇਲਾਕੇ ਦੇ ਵਿੱਚ ਵੱਡੀ ਨੌਕਰੀ ਕਰ ਰਹੇ ਸੀ। ਮੇਰੇ ਪਿਤਾ ਜੀ ਸਰਦਾਰ ਹਰਪਾਲ ਸਿੰਘ ਮਾਨ ਅਤੇ ਸ਼੍ਰੀਮਤੀ ਰਾਜਪਾਲ ਕੌਰ ਦੋਵੇਂ ਪੜ੍ਹੇ ਲਿਖੇ ਸੀਗੇ। ਉਹਨਾਂ ਦੇ ਘਰ ਮੇਰਾ ਜਨਮ 5 ਮਾਰਚ 1973 ਨੂੰ ਹੋਇਆ। ਮੇਰੇ ਇੱਕ ਭੂਆ ਜੀ ਮੇਰੇ ਜਨਮ ਸਮੇਂ ਇੰਗਲੈਂਡ ਰਹਿ ਰਹੇ ਸੀ, ਦੂਜੇ ਭੂਆ ਜੀ ਸਾਡੇ ਟੀਚਰ ਸੀਗੇ। ਅਤੇ ਜਿਹੜਾ ਮੇਰੇ ਜ਼ਿੰਦਗੀ ਦੇ ਵਿੱਚ ਜੋ ਵੀ ਮੈਂ ਲਿਖਿਆ ਜਾਂ ਜੋ ਵੀ ਮੈਂ ਪ੍ਰਾਪਤੀ ਕੀਤੀ ਹੈ ਕਿਸੇ ਵੀ ਖੇਤਰ ਦੇ ਵਿੱਚ, ਸਾਡੇ ਪਰਿਵਾਰ ਦਾ ਬੜਾ ਵੱਡਾ ਯੋਗਦਾਨ ਹੈ, ਕਿਉਂਕਿ ਸਾਡੇ ਘਰ ਦੇ ਵਿੱਚ ਪੜ੍ਹਾਈ ਦਾ ਮਹੱਤਵ ਪਤਾ ਸੀਗਾ। ਇਸੇ ਕਰਕੇ ਜਿਹੜੇ ਮੇਰੇ ਪਿਤਾ ਜੀ ਸੀ ਉਹਨਾਂ ਨੇ ਮੈਨੂੰ ਮੇਰੇ ਭੂਆ ਜੀ ਕੋਲ ਪੜ੍ਹਨ ਵਾਸਤੇ ਰਾਜਪੁਰੇ ਭੇਜ ਦਿੱਤਾ। 1 ਤੋਂ 5ਵੀਂ ਤੱਕ ਦੀ ਪੜ੍ਹਾਈ ਮੇਰੀ ਰਾਜਪੁਰਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਹੋਈ ਹੈ। 6ਵੀਂ ਤੋਂ 10ਵੀਂ ਤੱਕ ਮੈਂ SD ਹਾਈ ਸਕੂਲ ਮੌੜ ਮੰਡੀ 'ਚ ਪੜ੍ਹਿਆ ਹੈਗਾ। ਉਸ ਤੋਂ ਬਾਅਦ ਮੈਂ 3 ਸਾਲ DAV ਕਾਲਜ ਬਠਿੰਡਾ ਦੇ ਵਿੱਚ ਪੜ੍ਹਿਆ ਔਰ ਮੇਰੀ ਗ੍ਰੈਜੂਏਸ਼ਨ ਹੈ ਜਿਹੜੀ ਉਹ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਦੇ ਵਿੱਚ ਕੰਪਲੀਟ ਹੋਈ ਹੈਗੀ। ਇਸ ਸਮੇਂ ਦੇ ਦੌਰਾਨ ਹੀ ਜਿਹੜਾ ਹੈਗਾ, ਕਿਉਂਕਿ ਮੈਨੂੰ ਪੜ੍ਹਨ ਦਾ ਸ਼ੌਕ ਇਸ ਤਰ੍ਹਾਂ ਲੱਗਿਆ ਕਿ ਸਾਡੇ ਘਰ ਇੱਕ ਲਾਲ ਰੰਗ ਦਾ ਟਰੰਕ ਪਿਆ ਹੁੰਦਾ ਸੀ, ਜਿਹੜੇ ਮੇਰੇ ਦਾਦਾ ਜੀ ਦੀਆਂ ਕਿਤਾਬਾਂ, ਮੇਰੇ ਪਿਤਾ ਜੀ ਦੀਆਂ ਕਿਤਾਬਾਂ, ਕੋਈ ਸਾਰੇ ਕਿਤਾਬਾਂ ਪੜ੍ਹਦੇ ਸੀਗੇ। ਤਾਂ ਮੈਂ ਵੀ ਉੱਥੋਂ ਇੱਕ ਵਾਰੀ ਕੀ ਹੋਇਆ ਵੀ 8ਵੀਂ ਕਲਾਸ 'ਚ ਪੜ੍ਹਦਾ ਸੀ ਅਤੇ ਇੱਕ ਕਿਤਾਬ ਕੱਢ ਕੇ ਪੜ੍ਹੀ, ਜਿਹੜੀ ਉਹ ਮੇਰੇ ਅੱਜ ਵੀ ਯਾਦ ਹੈ ਕਿ ਉਹ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਕਿਤਾਬ ਸੀਗੀ। ਤਾਂ ਜਦੋਂ ਮੈਂ ਸਾਵੇ ਪੱਤਰ, ਅੱਜ ਵੀ ਯਾਦ ਹੈ ਮੇਰੇ, ਤਾਂ ਮੈਂ ਸਾਵੇ ਪੱਤਰ ਜਦੋਂ ਪੜ੍ਹੀ ਤਾਂ ਮੈਨੂੰ ਬੜੀ ਵਧੀਆ ਲੱਗੀ। ਫਿਰ ਮੈਂ ਹੋਰ ਉੱਥੇ ਨਾਵਲ ਪਏ ਸੀ, ਬਹੁਤ ਸਾਰੇ ਹਿੰਦੀ ਨਾਵਲ ਪਏ ਸੀ, ਮੈਂ ਹੋਰ ਚੋਰੀ ਪੜ੍ਹਦਾ ਰਿਹਾ। ਇਸ ਪਿੱਛੇ ਮੈਨੂੰ ਮਤਲਬ ਘਰ ਵਾਲਿਆਂ ਵੱਲੋਂ ਥੋੜ੍ਹੀ ਸਖਤ ਸਜ਼ਾ ਵੀ ਮਿਲੀ ਕਈ ਵਾਰੀ ਪਿਤਾ ਜੀ ਵੱਲੋਂ, ਪਰ ਮੈਂ ਪੜ੍ਹਨੋਂ ਨਹੀਂ ਹਟਿਆ। ਫਿਰ ਕਈ ਵਾਰ ਇਹ ਹੁੰਦਾ ਕਿ ਪੜ੍ਹਨਾ ਹੁੰਦਾ, ਰਾਤ ਨੂੰ ਮੈਂ ਜਾ ਕੇ ਕੋਠੇ 'ਤੇ ਪੈ ਜਾਣਾ, ਚਾਨਣੀ ਰਾਤ 'ਚ ਪੜ੍ਹਦੇ ਰਹਿਣਾ। ਮੇਰੀ ਨਿਗਾਹ ਵੀ ਘੱਟ ਗਈ ਇਸ ਚੱਕਰ ਦੇ ਵਿੱਚ, ਪਰ ਮੈਂ ਪੜ੍ਹਨ ਵਾਲੇ ਪਾਸੇ ਲੱਗਿਆ ਰਿਹਾ। ਮਤਲਬ ਤੁਸੀਂ ਜਿਹੜੀ ਵਿਧਾ ਹੁੰਦੀ ਹੈ, ਨਾਵਲ ਹੈ, ਕਹਾਣੀ ਹੈ, ਗਜ਼ਲ, ਉਸ ਟਾਈਮ 'ਚ ਜਦੋਂ ਭਾਰ ਜ਼ਬਾਨੀ 'ਚ ਆਪਾਂ ਕਾਲਜ ਦੇ ਵਿੱਚ ਐਜੂਕੇਸ਼ਨ ਲੈਂਦੇ ਹਾਂ ਤਾਂ ਅਸੀਂ ਜ਼ਿਆਦਾਤਰ ਆਪਣੇ ਜਿਹੜੇ ਅੰਦਰ ਤੋਂ ਅੰਦਰ ਤੱਕ ਵਿਧਾ ਹੁੰਦੀ ਹੈ ਹਿਲਾਉਣ ਵਾਲੀ ਜਾਂ ਮੁਹੱਬਤ ਵਾਲੀ ਕਹਿ ਸਕਦੇ ਹਾਂ, ਜਾਂ ਸਮਾਜ ਦੇ ਲੋਕਾਂ ਵਾਲੀ। ਤੁਸੀਂ ਨਾਵਲ, ਕਹਾਣੀ, ਗਜ਼ਲ, ਕਵਿਤਾ ਕਿਹੜੀ ਚੀਜ਼ ਨੂੰ ਜ਼ਿਆਦਾ ਸਟੱਡੀ ਕਰਦੀ ਸੀ? ਉਸ ਸਮੇਂ ਦੇ ਵਿੱਚ ਨਾ ਨਾਵਲ ਮੈਨੂੰ ਬੜਾ ਵਧੀਆ ਲੱਗਦਾ ਸੀਗਾ। ਪ੍ਰੋਫੈਸਰ ਗੁਰਦਿਆਲ ਸਿੰਘ ਜੀ ਦੇ ਲਿਖੇ ਹੋਏ ਮੈਂ ਤਕਰੀਬਨ ਸਾਰੇ ਨਾਵਲ ਉਸ ਸਮੇਂ 'ਚ ਪੜ੍ਹੇ। ਉਸ ਤੋਂ ਬਿਨਾਂ ਮੈਂ ਰਾਮ ਸਰੂਪ ਅਣਖੀ ਜੀ ਨੂੰ ਪੜ੍ਹਿਆ, ਅਮਰਤਾ ਪ੍ਰੀਤਮ ਜੀ ਨੂੰ ਪੜ੍ਹਿਆ, ਸੰਤ ਸਿੰਘ ਸੇਖੋਂ ਦੀਆਂ ਸਾਰੀਆਂ ਕਹਾਣੀਆਂ ਪੜ੍ਹੀਆਂ। ਸੰਪੂਰਨ ਕਹਾਣੀਆਂ ਦੀ ਕਿਤਾਬ ਸੀਗੀ। ਮਤਲਬ ਇੱਕ ਟਾਈਮ ਤਾਂ ਇਹ ਹੋ ਗਿਆ ਸੀ ਕਿ ਸਾਡੇ ਕਾਲਜ ਦੀ ਲਾਇਬ੍ਰੇਰੀ ਜਿਹੜਾ ਮੈਨੂੰ ਆਇਡੈਂਟੀ ਕਾਰਡ ਮਿਲਿਆ ਜੀ, ਤੇ ਲਿਖਦੇ ਹੁੰਦੇ ਸੀ ਵੀ ਇੰਨੀਆਂ ਕਿਤਾਬਾਂ ਇਹ ਬੋਰੋ ਕਰਕੇ ਲੈ ਗਿਆ, ਵਾਪਸ ਕਰ ਗਿਆ, ਉਹ ਭਰ ਗਿਆ ਸੀਗਾ। ਮੈਂ ਪਹਿਲਾ ਸਟੂਡੈਂਟ ਸੀ, ਮੈਨੂੰ ਸਨਮਾਨਿਤ ਵੀ ਕੀਤਾ, 2nd ਈਅਰ ਦੀ ਗੱਲ ਹੈ ਇਹ। ਅਤੇ ਉਹ ਇੱਦਾਂ ਪੜ੍ਹਦੇ ਹੀ ਮੇਰਾ ਲਿਖਣ ਵਾਲੇ ਪਾਸੇ ਵੀ ਸ਼ੌਕ ਹੋ ਗਿਆ।
ਤਾਂ ਮੈਂ ਜਿਹੜੇ ਸਾਡੇ ਕਾਲਜ ਪਹਿਲਾਂ DAV ਕਾਲਜ ਦਾ ਮੈਗਜ਼ੀਨ ਸੀ, ਉਹਦੇ 'ਚ ਮੇਰੀ ਪਹਿਲੀ ਕਵਿਤਾ ਛਪੀ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਲੱਗਾ ਵੀ ਯਾਰ ਕਵਿਤਾ ਨਾਲੋਂ ਮੈਂ ਜਿਹੜਾ ਕਹਾਣੀ ਅਤੇ ਮਤਲਬ ਵਾਰਤਕ ਆ ਉਹ ਵਧੀਆ ਲਿਖ ਸਕਦਾ, ਤਾਂ ਮੈਂ ਉਹ ਲਿਖਣਾ ਸ਼ੁਰੂ ਕੀਤਾ। ਫਿਰ ਮੈਂ 2 ਸਾਲ ਗੁਰਕਾਸ਼ੀ ਕਾਲਜ ਦੇ ਵਿੱਚ ਗੁਰਕਾਸ਼ੀ ਪੱਤਰਕਾ ਜਿਹੜਾ ਮੈਗਜ਼ੀਨ ਹੈ ਉਹਦਾ ਐਡੀਟਰ ਰਿਹਾ, ਸੰਪਾਦਕ ਰਿਹਾ। ਸਾਡੇ ਟੀਚਰ ਸੀ ਸ਼੍ਰੀਮਤੀ ਅਮਰਜੀਤ ਕੌਰ ਜੀ, ਬੜੇ ਸੁਹਿਰਦ ਟੀਚਰ ਸੀਗੇ। ਉਹਨਾਂ ਨੇ ਕੋਈ ਵੀ ਕਵਿਤਾ ਪੜ੍ਹਾਉਣੀ, ਮੈਂ ਉਹ ਕਿਤਾਬ ਲੱਭ ਕੇ ਘਰੋਂ ਲੈ ਕੇ ਜਾਣੀ। ਫਿਰ ਅਸੀਂ ਅਗਲੇ ਦਿਨ ਹੋਰ ਕਵਿਤਾਵਾਂ ਪੜ੍ਹਨੀਆਂ, ਜਾਂ ਕੋਈ ਉਸ ਨਾਲ ਸੰਬੰਧਿਤ ਪ੍ਰੋਫੈਸਰ ਹਰਬੰਸ ਸਿੰਘ ਸੀ ਅੰਗਰੇਜ਼ੀ ਦੇ, ਉਹਨਾਂ ਨੇ ਸਾਨੂੰ ਕਾਫੀ ਸਾਹਿਤ ਵੱਲ ਨੂੰ ਮੋੜਿਆ। ਕਾਫੀ ਸਾਹਿਤਕ ਬੰਦੇ ਸੀਗੇ। ਨਾਵਲ ਬਹੁਤ ਸੋਹਣੀ ਗੱਲ ਹੈ ਜੀ। ਨਾਵਲ ਜਿੱਦਾਂ ਪੜ੍ਹਦਿਆਂ ਜਾਂ ਹੋਰ ਸਾਰੇ ਪ੍ਰਕਾਰ ਦੀਆਂ ਸਾਹਿਤਕ ਕਿਤਾਬਾਂ ਪੜ੍ਹਦਿਆਂ ਜਦੋਂ ਕੋਈ ਮਨੁੱਖ ਆਲੇ ਦੁਆਲੇ ਦੇ ਜਿੱਦਾਂ ਤੁਸੀਂ ਨਾਵਲ ਪੜ੍ਹਦੇ ਸੀ, ਤੁਹਾਡੇ ਮਨ 'ਚ ਕਹਾਣੀਆਂ ਕ੍ਰੀਏਟ ਹੁੰਦੀਆਂ ਕਿ ਮੈਂ ਵੀ ਨਾਵਲ ਜਾਂ ਕਹਾਣੀ ਉੱਤੇ ਕੰਮ ਕਰ ਸਕਦਾ ਗਾ, ਜਾਂ ਗਜ਼ਲ ਕਵਿਤਾ 'ਤੇ। ਉਹ ਪਹਿਲੀ ਦਫਾ ਤੁਸੀਂ ਕਵਿਤਾ, ਗਜ਼ਲ ਜਾਂ ਕਹਾਣੀ ਲਿਖੀ, ਉਹ ਮਨੁੱਖ ਦੱਬੇ ਪੀੜੇ ਕੁਚਲੇ ਲੋਕਾਂ ਦੀ ਗੱਲ ਕਰਦਾ ਗਾ, ਜਿਹੜੇ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਹੱਕ ਨਹੀਂ ਮਿਲਦੇ, ਜਾਂ ਮੁਹੱਬਤ ਪਣਪਦੀ ਹੈ ਉਸ ਸਮੇਂ। ਉਹ ਕਿਹੜੀ ਘਟਨਾ ਵਾਪਰੀ ਜਦੋਂ ਤੁਸੀਂ ਪਹਿਲੀ ਰਚਨਾ ਰਚੀ? ਉਹ ਕਹਾਣੀ ਸੀ, ਗਜ਼ਲ ਸੀ, ਕਵਿਤਾ ਸੀ? ਕਿਸ ਤਰ੍ਹਾਂ ਦੇ ਬਲਬਲੇ ਉੱਠੇ ਮਨ ਦੇ ਵਿੱਚ ਯਾਰ ਆਪਾਂ ਲਿਖ ਸਕਦੇ ਹਾਂ, ਜਾਂ ਜਦੋਂ ਛਪੀ ਕੀ ਮਹਿਸੂਸ ਕੀਤਾ? ਮੈਂ ਨਾ ਜਿਹੜੀ ਅਸਲ ਦੇ ਵਿੱਚ ਮੇਰੇ ਇੱਕ ਅਧਿਆਪਕ ਹੈ ਸਰਦਾਰ ਜੋਗਿੰਦਰ ਸਿੰਘ ਜੀ, ਉਹਨਾਂ ਦੀ ਪਿੱਛੇ ਇਸ ਸੰਸਾਰ ਤੋਂ ਚਲੇ ਗਏ। ਉਹਨਾਂ ਦਾ ਬੜਾ ਪ੍ਰਭਾਵ ਰਿਹਾ। ਮੈਂ ਟਿਊਸ਼ਨ ਪੜ੍ਹਦਾ ਹੁੰਦਾ ਇੰਗਲਿਸ਼ ਦੀ, ਉਹਨਾਂ ਕੋਲੇ BA ਤੱਕ ਮੈਂ ਪੜ੍ਹਿਆ। ਤਾਂ ਉਹ ਸੀਗੇ ਖੱਬੇ ਪੱਖੀ ਵਿਚਾਰਧਾਰਾ ਦੇ ਮਾਲਕ। ਉਹਨਾਂ ਨੇ ਮੈਨੂੰ ਕਾਫੀ ਸਾਰੀਆਂ ਕਿਤਾਬਾਂ ਪੜ੍ਹਾਈਆਂ, ਫਲਾਇੰਗ ਸਿੱਖ ਮਿਲਖਾ ਸਿੰਘ ਵਗੈਰਾ ਦੀਆਂ, ਔਰ ਮੈਂ ਬੜੀਆਂ ਚੀਜ਼ਾਂ ਉਹਨਾਂ ਤੋਂ ਦੇਖੀਆਂ, ਸਿੱਖੀਆਂ। ਤਾਂ ਉਸ ਸਮੇਂ ਦੇ ਵਿੱਚ ਫਿਰ ਮੇਰੇ ਮਨ 'ਚ ਜਿਹੜੇ ਪਿਆਰ ਵਾਲੇ ਬਲਬਲਿਆਂ ਵਾਲੀ ਗੱਲ ਤਾਂ ਸ਼ਾਇਦ ਨਹੀਂ ਹੋਈ ਸੀਗੀ। ਅਤੇ ਮੈਂ ਪਹਿਲੀ ਕਹਾਣੀ ਧੁੰਦ ਲਿਖੀ ਸੀਗੀ, ਮੇਰੇ ਅੱਜ ਵੀ ਯਾਦ ਹੈ। ਛੋਟੀ ਜਿਹੀ ਕਹਾਣੀ ਸੀ ਉਹ ਨਿਰੀ ਕਲਪਨਾ, ਬਿਲਕੁਲ ਮਿੰਨੀ ਕਹਾਣੀ। ਹਾਂ, ਤਾਂ ਉਹ ਨਿਰੀ ਕਲਪਨਾ ਸੀ। ਫਿਰ ਉਹਦੇ 'ਚ ਇੱਕ ਮਤਲਬ ਕਿੱਦਾਂ ਇੱਕ ਕਿਰਤੀ ਘਰ ਦਾ ਮੁੰਡਾ ਹੈਗਾ ਜਿਹੜਾ ਹਾਲਾਤਾਂ ਦਾ ਸ਼ਿਕਾਰ ਹੋ ਜਾਂਦਾ ਹੈ। ਕੋਈ ਬੰਦਾ ਉਹਨੂੰ ਕਹਿੰਦਾ ਵੀ ਅੱਜ ਤਾਂ ਦਿਨ ਨਿਕਲਣ ਵਾਲਾ, ਪਰ ਉਹਨੂੰ ਐਂ ਲੱਗਦਾ ਕਿ ਮੇਰੀ ਸਾਰੀ ਜ਼ਿੰਦਗੀ ਜਿਹੜੀ ਧੁੰਦ ਨਾਲ ਭਰੀ ਹੋਈ ਹੈ, ਜਿਹੜੀ ਗੁਰਬਤ ਦੀ ਧੁੰਦ ਹੈ। ਸੋ ਉੱਥੋਂ ਲੱਗਿਆ, ਭਾਵੇਂ ਮੇਰਾ ਸਾਡਾ ਪਰਿਵਾਰ ਹੈ ਜਿਹੜਾ, ਉਹਦੇ 'ਚ ਕਿਤੇ ਇਹੋ ਜਿਹੀ ਹਾਲਾਤ ਨਹੀਂ ਮਿਲੇ ਕਿ ਜਿਨ੍ਹਾਂ 'ਚ ਮੈਨੂੰ ਐਂ ਲੱਗਿਆ ਹੋਵੇ ਮੈਂ ਕਿਸੇ ਮੁਸ਼ਕਿਲ ਦੇ ਵਿੱਚ ਹਾਂ ਆਰਥਿਕ ਤੌਰ 'ਤੇ। ਹੋਰ ਮੁਸ਼ਕਿਲਾਂ ਤਾਂ ਬਥੇਰੀਆਂ ਆਈਆਂ, ਪਰ ਮੈਨੂੰ ਚੰਗਾ ਇਹੀ ਲੱਗਦਾ ਕਿ ਮੈਂ ਸਮਾਜ ਦੇ ਉਸ ਵਰਗ ਦੀ ਗੱਲ ਕਰਾਂ ਜਿਹੜਾ ਸਮਾਜ ਨਾ ਬਰਾਬਰੀ ਦਾ ਸ਼ਿਕਾਰ ਹੈ, ਜਾਂ ਜਿਹੜਾ ਜਿਨ੍ਹਾਂ 'ਤੇ ਜ਼ੁਲਮ ਕਿਸੇ ਤਰੀਕੇ ਨਾਲ ਹੋ ਰਿਹਾ, ਜਾਂ ਕਿਸੇ ਤਰੀਕੇ ਨਾਲ ਪਛੜੇ ਹੋਏ ਨੇ। ਠੀਕ ਹੈ, ਇਸ ਕਰਕੇ ਮੇਰਾ ਜਿਹੜਾ ਰੁਝਾਨ ਹੈ ਫਿਰ ਇਸ ਕਹਾਣੀ ਵਾਲੇ ਪਾਸੇ ਤਾਂ ਹੀ ਹੋਇਆ ਕਿ ਮੈਂ ਆਪਦੀ ਗੱਲ ਨੂੰ ਨਾ ਵਧੀਆ ਢੰਗ ਨਾਲ ਕਹਿ ਸਕਦਾ ਗਾ, ਔਰ ਉਹਦੇ 'ਚ ਜਿਹੜੇ ਅਸੀਂ ਗੱਲ ਨੂੰ ਲੋਕਾਂ ਤੱਕ ਵਧੀਆ ਢੰਗ ਨਾਲ ਪਹੁੰਚਾ ਵੀ ਸਕਦੇ ਹਾਂਗੇ। ਮਾਨ ਸਾਹਿਬ, ਪਹਿਲਾਂ ਤੁਸੀਂ ਫਿਰ ਉਹ ਜਿਹੜਾ ਤੁਹਾਡੀਆਂ ਲਿਖਦੇ ਸੀ, ਉਹ ਲਿਖਤਾਂ ਕਿੱਥੇ ਕਿ ਜੇ ਆ ਕੇ ਤੁਹਾਨੂੰ ਲੱਗਿਆ ਕਿ ਕਿਸੇ ਅਖਬਾਰਾਂ ਛਪੀਆਂ ਜਾਂ ਹੋਰ ਮਾਨ ਸਨਮਾਨ ਮਿਲਿਆ? ਵੀ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਕੋਈ ਆਪਣੀ ਪਹਿਲੀ ਰਚਨਾ ਛਪਦੀ ਹੈ ਉਦੋਂ ਕੀ ਮਹਿਸੂਸ ਕੀਤਾ? ਉਹ ਸ਼ੁਰੂਆਤੀ ਦੌਰ ਦੇ ਵਿੱਚ ਹੀ ਛਪਣ ਲੱਗ ਗਈਆਂ ਸੀ ਜਾਂ ਲੰਬੇ ਸਮੇਂ ਬਾਅਦ? ਨਹੀਂ, ਲੰਬੇ ਸਮੇਂ ਤੋਂ ਬਾਅਦ ਛਪੀਆਂ ਜੀ। ਸ਼ੁਰੂਆਤੀ ਦੌਰ 'ਚ ਮੈਨੂੰ ਪਤਾ ਹੀ ਨਹੀਂ ਸੀ ਵੀ ਅਖਬਾਰ 'ਚ ਕਹਾਣੀ ਵਿੱਚ ਵੀ ਛਪ ਸਕਦੀ ਹੈ। ਮੈਂ ਤਾਂ ਅਖਬਾਰ ਛਪਣ ਵਾਲੀਆਂ ਕਹਾਣੀਆਂ ਸੁਣਦਾ ਵੀ ਬੜੇ ਵੱਡੇ ਰਾਈਟਰ ਆ, ਵੀ ਆਪਾਂ ਤਾਂ ਕਿਸੇ ਗਿਣਤੀ 'ਚ ਨਹੀਂ ਆਉਂਦੇ ਗੇ। ਚਲੋ ਮੈਂ ਫਿਰ ਯੂਨੀਵਰਸਿਟੀ ਗਿਆ, ਉੱਥੇ ਮੈਂ MA ਹਿਸਟਰੀ ਕੀਤੀ, MA ਥੀਏਟਰ ਐਂਡ ਟੈਲੀਵਿਜ਼ਨ ਭਾਗ ਲਿੱਤਾ। ਦੁਆਰੇ ਮੈਨੂੰ ਡਰਾਮੇ ਦਾ ਸ਼ੌਕ ਸੀਗਾ ਥੋੜ੍ਹਾ ਜਿਹਾ, ਤਾਂ ਉੱਥੇ ਸਕ੍ਰਿਪਟ ਲਿਖਦੀ ਸੀ। ਮੈਂ ਸਕ੍ਰਿਪਟ ਲਿਖਣੀ ਸ਼ੁਰੂ ਕੀਤੀ, ਸਕ੍ਰਿਪਟ ਦੇ ਨਾਲ ਮੈਂ ਕਹਾਣੀ ਵੀ ਲਿਖਦਾ ਸੀਗਾ। ਤਾਂ 1995 ਦੇ ਵਿੱਚ ਮੈਂ ਇੱਕ ਕਹਾਣੀ ਭੇਜੀ ਜਿਹੜੀ ਜਗਬਾਣੀ ਅਖਬਾਰ ਦੇ ਵਿੱਚ ਛਪੀ। ਤਾਂ ਫਿਰ ਮੈਨੂੰ ਹੌਸਲਾ ਹੋਇਆ ਵੀ ਹਾਂ ਯਾਰ, ਮਿੰਨੀ ਕਹਾਣੀ ਸੀਗੀ ਉਹ, ਜੇਬ ਕਤਰੀ। ਤਾਂ ਉਹ ਮੈਨੂੰ ਲੱਗਾ ਯਾਰ ਵੀ ਹਾਂ ਛਪ ਸਕਦੇ ਯਾਰ। ਮੈਨੂੰ ਬੜੇ ਲੋਕਾਂ ਨੇ ਵਧਾਈਆਂ ਵੀ ਦਿੱਤੀਆਂ। ਅਸੀਂ ਇੱਕ ਉੱਥੇ ਯੂਨੀਵਰਸਿਟੀ ਕੈਂਪਸ ਨਾਂ ਦਾ ਇੱਕ ਮੈਗਜ਼ੀਨ ਕੱਢਦੇ ਹੁੰਦੇ ਸੀਗੇ ਛੋਟਾ ਜਿਹਾ ਯੂਨੀਵਰਸਿਟੀ ਦੇ ਵਿੱਚ, ਉਹਦੇ 'ਚ ਮੈਂ ਕੁਛ ਨਾ ਕੁਛ ਛਪਿਆ। ਫਿਰ ਮੈਨੂੰ ਆਪਦੇ ਆਪ 'ਤੇ ਯਕੀਨ ਹੋ ਗਿਆ ਵੀ ਲਿਖ ਸਕਦਾ ਮੈਂ। ਫਿਰ ਚਲੋ ਮੈਡਲ ਛਪਣੇ ਸ਼ੁਰੂ ਹੋ ਗਏ। ਸੋ ਚੱਲ ਫਿਰ ਤਾਂ ਬਹੁਤ ਸਾਰਾ ਜਿਹੜਾ ਹੈਗਾ ਪ੍ਰਵਾਨਗੀ ਮਿਲੀ, ਮੈਟਰ ਜਿਹੜਾ ਕੰਟੈਂਟ ਹੈ ਵਧੀਆ ਹੋਣ ਦੇ ਕਾਰਨ ਛਪਦਾ ਰਿਹਾ। ਤੁਹਾਡੀ ਜਦੋਂ ਤੁਸੀਂ ਉਹ ਕਹਾਣੀਆਂ ਲਿਖੀਆਂ, ਵੱਡੀ ਕਹਾਣੀ ਲਿਖਦੇ ਹੋਵੋਗੇ ਮੇਰੇ ਖਿਆਲ ਦੇ ਵਿੱਚ, ਪਹਿਲਾਂ ਨਾਵਲ ਹੋਣ ਚਾਹੇ ਕਿ ਕਹਾਣੀ? ਨਹੀਂ, ਪਹਿਲਾਂ ਮੈਂ ਨਾਵਲ ਹੀ ਲਿਖਣਾ ਪਸੰਦ ਕਰਦਾ। ਦੇਖੋ ਲਿਖਣੀ ਮੈਂ ਸ਼ੁਰੂ ਕੀਤੀ ਕਹਾਣੀ। ਕਿਹੜਾ ਨਾਵਲ ਹੈ? ਮੇਰਾ ਪਹਿਲਾ ਨਾਵਲ ਜਾਂਬਾਜ਼ ਆਇਆ ਹੈਗਾ। ਜਾਂਬਾਜ਼ ਨਾਵਲ ਆ ਜਿਹੜਾ, ਉਹ ਇੱਕ ਵੱਖਰੀ ਵਿਧਾ ਦਾ ਨਾਵਲ। ਦੇਖੋ ਮੇਰੇ ਨਾ ਹਮੇਸ਼ਾ ਜਸਵੀਰ ਜੀ ਇੱਛਾ ਰਹੀ ਹੈ ਵੀ ਦੁਹਰਾ ਨਾ ਕਰਾਂ, ਵੀ ਉਹ ਚੀਜ਼ਾਂ ਬਾਰੇ ਨਾ ਲਿਖਾਂ ਜਿਹੜੇ ਪਹਿਲਾਂ ਲਿਖਿਆ ਜਾ ਚੁੱਕਿਆ। ਤਾਂ ਜਾਂਬਾਜ਼ ਦਾ ਜਿਹੜਾ ਨਾਵਲ ਹੈ ਪੱਤਰਕਾਰੀ ਦੇ ਤੁਹਾਡੇ ਖੇਤਰ ਦੇ ਉੱਤੇ ਲਿਖਿਆ, ਸਾਡੇ ਖੇਤਰ ਦੇ ਉੱਤੇ ਨਾਵਲ ਲਿਖਿਆ। ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਕਈ ਗੀਤ ਵੀ ਆਏ ਹੈਗੇ ਪੱਤਰਕਾਰਤਾ 'ਤੇ, ਫਿਰ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਬਾਰੇ ਕੁਛ ਲਿਖਿਆ ਗਿਆ। ਤਾਂ ਇਸ ਵੇਲੇ ਜਿਹੜਾ ਸਾਡਾ ਸਿਸਟਮ ਉਹਦੇ 'ਚ ਹਰ ਚੀਜ਼ ਦੇ ਆਪਾਂ ਸੋਚਦੇ ਹਾਂ ਕਿ ਯਾਰ ਆਹ ਵੀ ਢਹਿ ਗਿਆ। ਦੇਖੋ ਲੋਕਤੰਤਰ ਦੇ ਸਾਰੇ ਥੰਬਾਂ ਨੂੰ ਖੋਰਾ ਲੱਗਿਆ ਹੋਇਆ। ਪੱਤਰਕਾਰਤਾ ਵੀ ਉਹਦੇ ਬਚੀ ਨਹੀਂ ਗਈ। ਪੱਤਰਕਾਰਤਾ ਦੇ ਵਿੱਚ ਵੀ ਬੜਾ ਮਤਲਬ ਗਿਰਾਵਟ ਆ ਗਈ, ਉਹ ਬਹੁਤ ਵੱਡੀ ਢਾਲ ਗਈ ਪੱਤਰਕਾਰਤਾ। ਪਰ ਹੁਣ ਸਮੇਂ ਦੇ ਵਿੱਚ ਇਹ ਵੀ ਗੱਲ ਵੀ ਹੈ ਵੀ ਖਤਮ ਹੋ ਗਈ ਪੱਤਰਕਾਰਤਾ। ਚੰਗੇ ਪੱਤਰਕਾਰ ਤੁਸੀਂ ਬੈਠੇ ਹੋ, ਹੋਰ ਬਥੇਰੀਆਂ ਉਦਾਹਰਨਾਂ ਨੇ। ਤਾਂ ਫਿਰ ਜਿਹੜਾ ਇੱਕ ਨਾਵਲ ਹੈ ਇਹ ਬਿਲਕੁਲ ਯਥਾਰਥ ਦੇ ਉੱਤੇ ਇੱਕ ਵਾਪਰੀ ਹੋਈ ਕਹਾਣੀ 'ਤੇ ਲਿਖਿਆ, ਔਰ ਇੱਕ ਪੱਤਰਕਾਰ ਦੀ ਜਰਨੀ ਹੈ ਕਿ ਕਿਹੜੀਆਂ ਮੁਸ਼ਕਿਲ ਹਾਲਤਾਂ ਦੇ ਵਿੱਚ ਵੀ ਉਹ ਕਿਸੇ ਚੀਜ਼ ਨਾਲ ਸਮਝੌਤਾ ਨਾ ਕਰਕੇ
ਆਪ ਦੀ ਜ਼ਮੀਰ ਅਨੁਸਾਰ ਕੰਮ ਕਰਦਾ ਹੈਗਾ। ਸੱਚਾਈ ਦੇ ਨੇੜੇ ਆ ਤੁਹਾਡਾ ਨਾਵਲ ਜਾਂਬਾਜ਼ 100% ਸੱਚਾ ਹੈ ਜੀ ਇਹ ਨਾਵਲ। ਇਹਦੇ 'ਚ ਕੁਛ ਮੈਂ ਮਤਲਬ ਕੋਸ਼ਿਸ਼ ਕੀਤੀ ਹੈ ਇਹ ਕਹਿਣ ਦੀ ਕਿ ਹਾਲਾਤ ਚਾਹੇ ਕਿਹੋ ਜਿਹੇ ਮਰਜ਼ੀ ਹੋ ਜਾਣ, ਨੰਬਰ 1 ਤਾਂ ਸੱਚਾਈ ਜਿੱਤਦੀ ਹੈ, ਨੰਬਰ 2 ਕਿਸੇ ਚੀਜ਼ ਦਾ ਬਿਜ਼ਨਸ ਨਹੀਂ ਹੁੰਦਾ। ਜੇ ਆਪਾਂ ਕਹਿੰਦੇ ਵੀ ਸਾਰੇ ਪੱਤਰਕਾਰ ਗਲਤ ਹੋ ਗਏ, ਇਹ ਹੋ ਹੀ ਨਹੀਂ ਸਕਦਾ। ਕਿਸੇ ਵੀ ਖੇਤਰ ਦੇ ਵਿੱਚ ਆਪਾਂ ਜਦੋਂ ਪੁਲਿਸ ਦੇ ਮਹਿਕਮੇ ਦੀ ਲੋਕ ਨਿੰਦਿਆ ਕਰਦੇ ਆ, ਜਦੋਂ ਇੱਕ ਪੁਲਿਸ ਅਫਸਰ ਦੀ ਬਾਂਹ ਕੱਟੀ ਗਈ ਜਾਂ ਘਟਨਾਵਾਂ ਵਾਪਰਦੀਆਂ, ਆਪਾਂ ਕਹਿੰਦੇ ਆ ਖੁਸ਼ੀ ਮਨਾਉਂਦੇ ਲੋਕ ਵੀ ਬੜਾ ਚੰਗਾ ਹੋਇਆ ਪੁਲਿਸ ਮਾੜੀ ਹੈ। ਪਰ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੀ ਜਿੱਥੇ ਸਭ ਤੋਂ ਮਾੜਾ ਮਹਿਕਮਾ ਮੰਨਿਆ ਜਾਂਦਾ ਉਹਦੇ ਵਿੱਚ ਵੀ ਬੜੇ ਇਮਾਨਦਾਰ ਤੇ ਬੜੇ ਚੰਗੇ ਅਫਸਰ ਤੇ ਮੁਲਾਜ਼ਮ ਬੈਠੇ ਨੇਗੇ। ਉਸੇ ਤਰ੍ਹਾਂ ਹੀ ਪੱਤਰਕਾਰਤਾ ਤੇ ਬਾਕੀ ਖੇਤਰਾਂ ਦੇ ਵਿੱਚ ਵੀ ਬੜੇ ਅੱਛੇ ਇਮਾਨਦਾਰ ਇਨਸਾਨ। ਬਿਲਕੁਲ ਜੀ। ਦੇਖੋ ਜੇ ਆਪਾਂ ਅੱਜ ਦੇ ਸਮੇਂ ਦੇ ਵਿੱਚ ਆਪਾਂ ਲੋਕਤੰਤਰੀ ਦੇਸ਼ ਦੇ ਵਿੱਚ ਰਹਿੰਦੇ ਆਂਗੇ, ਇਹਦਾ ਸਿਸਟਮ ਹੈ ਜ਼ਰੂਰ ਇਹਦੇ 'ਚ ਕਰਪਸ਼ਨ ਵੱਧ ਗਈ, ਹੋਰ ਚੀਜ਼ਾਂ ਮਾੜੀਆਂ ਆ ਗਈਆਂ, ਪਰ ਹਰ ਚੀਜ਼ ਦਾ ਇੱਕ ਸਿਰੇ 'ਤੇ ਜਾ ਕੇ ਵਾਪਸੀ ਹੁੰਦੀ ਹੈ। ਮੈਂ ਤਾਂ ਇਸ ਚੀਜ਼ ਦਾ ਮੈਂ ਸਕਾਰਾਤਮਕ ਬੰਦਾ ਹਾਂ। ਮੇਰੇ ਮਨ ਦੇ ਵਿੱਚ ਕਿਤੇ ਨਹੀਂ ਹੁੰਦਾ ਵੀ ਇਹ ਖਤਮ ਹੀ ਨਹੀਂ ਹੋ ਸਕਦੀ। ਮੈਨੂੰ ਪਤਾ ਹੈ ਕਿ ਕਿਤੇ ਨਾ ਕਿਤੇ ਜਾ ਕੇ ਤੁਸੀਂ ਇਤਿਹਾਸ ਪੜ੍ਹ ਲਓ, ਮੈਂ ਇਤਿਹਾਸ ਦਾ ਵਿਦਿਆਰਥੀ ਵੀ ਹਾਂ। ਇਤਿਹਾਸ ਦੇ ਵਿੱਚ ਵੀ ਇਹ ਚੀਜ਼ਾਂ ਆਉਂਦੀਆਂ ਨੇ ਕਿ ਫਰਾਂਸ, ਅਮਰੀਕਾ, ਰਸ਼ੀਆ ਜਿੱਥੇ ਆਪਣੇ ਨਾਲੋਂ ਵੱਧ ਕਰਪਸ਼ਨ ਰਹੀ ਹੈ, ਅੱਜ ਉਹ ਸਟੇਟਾਂ ਜਿਹੜੀਆਂ ਹੈਗੀਆਂ ਬਹੁਤ ਵਿਕਾਸਸ਼ੀਲ ਹੋ ਗਈਆਂ। ਕੋਈ ਸਮਾਂ ਆਊਗਾ ਅਸੀਂ ਵੀ ਠੀਕ ਹੋ ਜਾਵਾਂਗੇ, ਕੋਈ ਐਡੀ ਗੱਲ ਨਹੀਂ ਹੈ, ਪਰ ਹਰੇ ਬੂਟੇ ਰਹਿਣੇ ਚਾਹੀਦੇ ਆ। ਔਰ ਮੈਂ ਹਰੇ ਬੂਟਿਆਂ ਬਾਰੇ ਲਿਖਣਾ ਪਸੰਦ ਕਰਦਾ, ਲਿਖਦਾ ਰਹੂੰਗਾ। ਬਹੁਤ ਸੋਹਣੀ ਤੁਸੀਂ ਗੱਲ ਕੀਤੀ ਹੈ ਵੀ ਸਮਾਜ ਦੇ ਵਿੱਚੋਂ ਇਮਾਨਦਾਰੀ ਜਾਂ ਸੱਚਾਈ ਦੇ ਰਾਹ 'ਤੇ ਚੱਲਣ ਵਾਲੇ ਲੋਕ ਕਦੇ ਵੀ ਖਤਮ ਨਹੀਂ ਹੁੰਦੇ, ਘਟ ਸਕਦੇ ਹੈਗੇ। ਮਾਨ ਸਾਹਿਬ ਹੁਣ ਤੱਕ ਤੁਹਾਡੇ ਕਿੰਨੇ ਨਾਵਲ ਆ ਚੁੱਕੇ ਆ? ਕੋਈ ਕਹਾਣੀਆਂ ਦੀ, ਗਜ਼ਲਾਂ, ਕਵਿਤਾਵਾਂ ਵੀ ਤੁਹਾਡੀ ਬੁੱਕ ਆਈ, ਉਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਚਾਨਣਾ ਪਾਓ। ਮੇਰੀ ਤਾਂ ਪਹਿਲੀ ਕਿਤਾਬ ਸੀ ਜਿਹੜੀ ਉਹ ਉੱਪਰੀ ਹਵਾ ਛਪੀ, 21 ਕਹਾਣੀਆਂ ਸੀ, ਉਹਦੇ ਵਿੱਚ ਉਹਨੂੰ ਜਸਵਿੰਦਰ ਪੰਜਾਬੀ ਦੇ ਪਬਲੀਕੇਸ਼ਨ ਨੇ ਛਾਪਿਆ। ਦੂਜਾ ਮੇਰਾ ਜਿਹੜਾ ਨਾਵਲ ਸੀ ਬਾਲ ਨਾਵਲ ਨੀਲੂ, ਜੰਗਲੀ ਜੀਵਨ ਦੇ ਉੱਤੇ ਕਿਵੇਂ ਜੰਗਲੀ ਜੀਵਨ ਦੇ ਨਾਲ ਮਨੁੱਖ ਖਿਲਵਾੜ ਕਰਦਾ ਔਰ ਜੰਗਲੀ ਜੀਵ ਕਿਹੜੀਆਂ ਮੁਸੀਬਤਾਂ ਚੱਲਦੇ ਕਹਾਣੀ ਦੇ ਰੂਪ ਦੇ ਵਿੱਚ ਸੀਗਾ। ਤੀਜੀ ਜਿਹੜੀ ਮੇਰੀ ਕਿਤਾਬ ਹੈਗੀ ਉਹ ਹੈਗੀ ਟਾਕਰਾ, ਬਾਲ ਕਹਾਣੀਆਂ ਦੀ ਕਿਤਾਬ ਹੈ। ਚੌਥੀ ਮੇਰੀ ਬਰਾਂਡੀ ਫੁੱਫੜ ਹੈ, ਵਾਰਤਕ ਹੈਗੀ। ਉਹ ਵਾਰਤਕ ਮੇਰੇ ਹੱਡੀ ਹੰਢਾਈ ਹੋਈ ਹੈ ਜਾਂ ਮੈਂ ਆਸੇ ਪਾਸੇ ਦੇਖੀ ਹੋਈ ਹੈ, ਬੜੀ ਦਿਲਚਸਪ, ਬੜੀ ਪਸੰਦ ਕੀਤੀ ਹੈ। ਜਾਣੀ ਉਹਦਾ ਨਾਂ ਵੀ ਬਰਾਂਡੀ ਫੁੱਫੜ ਇਸ ਕਰਕੇ ਸੀ ਕੋਈ ਇਹੋ ਜਿਹੀ ਘਟਨਾ ਵਾਪਰੀ ਸਾਡੇ ਆਪ ਦੇ ਪਰ। ਠੀਕ ਹੈ ਜੀ, ਠੀਕ ਹੈ। ਔਰ 5ਵੀਂ ਮੇਰੀ ਕਿਤਾਬ ਹੈ ਜਾਂਬਾਜ਼। ਹੁਣ ਮੇਰੀ 6ਵੀਂ ਕਿਤਾਬ ਬੌਣੇ ਰਿਸ਼ਤੇ ਜਿਹੜੀ ਹੈਗੀ ਆ ਉਹ ਆਟੋਮਾਟ ਪਟਿਆਲਾ ਛਾਪ ਰਿਹਾ। ਨਾਵਲ ਹੈ ਜੀ? ਨਹੀਂ, ਇਹ ਕਹਾਣੀਆਂ ਦੀ ਕਿਤਾਬ ਹੈ, 10 ਕਹਾਣੀਆਂ ਇਹਦੇ ਵਿੱਚ, ਵੱਡੀਆਂ ਕਹਾਣੀਆਂ। ਔਰ ਇੱਕ ਮੇਰੀ ਜਿਹੜੀ ਮਿੰਨੀ ਕਹਾਣੀ ਦੀ ਕਿਤਾਬ ਆਖਰੀ ਬਾਜੀ, ਉਹ ਨਵਰੰਗ ਪ੍ਰਕਾਸ਼ਨ ਅਸਮਾਨਾ ਵੱਲੋਂ ਛਾਪੀ ਜਾ ਰਹੀ ਹੈ। ਔਰ ਇੱਕ ਨਾਵਲ ਮੈਂ ਹੁਣ ਮਤਲਬ ਵੈਸੇ ਤਾਂ ਮੇਰੇ ਕੋਲ ਲਿਖਿਆ ਇੰਨਾ ਕੁਛ ਪਿਆ ਹੈ। ਚੰਗਾ, ਲਗਾਤਾਰ ਲਿਖ ਹੀ ਰਹੇ ਹੋ ਨੇ, ਬਹੁਤ ਲੰਮੀ ਅਰਸੇ ਤੋਂ ਲਿਖ ਰਹੇ ਹੋ। ਉਹਦਾ ਕਾਰਨ ਇਹ ਹੈ ਵੀ ਅੱਜ ਦੇ ਸਮੇਂ 'ਚ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਕਰਕੇ ਨਾ ਇੱਕ ਕਾਹਲ ਮੱਚ ਗਈ ਆਪਣੇ ਮਨ ਦੇ ਵਿੱਚ ਵੀ ਛੇਤੀ ਛਪ ਜੀ। ਮੈਂ ਚਾਹੁੰਦਾ ਤਾਂ ਮੇਰੀ ਕਿਤਾਬ 15 ਸਾਲ ਪਹਿਲਾਂ ਛਪ ਸਕਦੀ ਸੀ, ਉੱਪਰੀ ਹਵਾ, ਉਹਦੀਆਂ ਕਹਾਣੀਆਂ ਲਿਖੀਆਂ ਹੋਈਆਂ, ਪਰ ਇੱਕ ਮਨ ਦੇ ਵਿੱਚ ਇਹ ਸੀ ਵੀ ਕਾਹਲ ਨੇ ਵੀ ਇੱਕ ਤਾਂ ਪੈਸੇ ਦੇ ਕੇ ਨਹੀਂ ਛਪਾਉਣੀ, ਠੀਕ ਹੈ ਜੀ। ਦੂਜੀ ਮੈਂ ਵੀ ਆਪਾਂ ਆਰਾਮ ਨਾਲ ਛਾਪਾਂਗੇ। ਜਦੋਂ ਆਪਣੇ ਦੋਸਤ ਮਿੱਤਰਾਂ ਨੇ ਕਹਿਦਾ ਯਾਰ ਪ੍ਰਵਾਨ ਕਰ ਲਿਆ, ਮੇਰੀਆਂ ਕਹਾਣੀਆਂ ਸਾਰੀਆਂ ਅਖਬਾਰਾਂ 'ਚ ਛਪੀਆਂ, ਅਖਬਾਰਾਂ ਛਪਣ ਤੋਂ ਬਾਅਦ ਦੋਸਤਾਂ ਨੇ ਪੜ੍ਹੀਆਂ, ਫਿਰ ਸੋਧੀਆਂ, ਫਿਰ ਉਹ ਕਹਾਣੀਆਂ ਦਾ ਰੂਪ ਲੈ, ਕਿਤਾਬ ਦਾ ਰੂਪ ਲੈਤਾ। ਉਸੇ ਤਰ੍ਹਾਂ ਹੁਣ ਮੇਰੇ ਕੋਲ ਲਿਖਿਆ ਤਾਂ ਬਹੁਤ ਕੁਛ ਪਿਆ ਹੈਗਾ, ਪਰ ਮੇਰੇ ਕੋਲ ਕਾਹਲ ਨਹੀਂ ਹੈਗੀ ਮਨ ਦੇ ਵਿੱਚ। ਮੇਰਾ ਸੁਨੇਹਾ ਵੀ ਹੈ ਨਵੇਂ, ਸਪੈਸ਼ਲੀ ਨਵੇਂ ਜਿਹੜੇ ਲੇਖਕ ਉਹਨਾਂ ਨੂੰ ਵੀ ਤੁਸੀਂ ਕਾਹਲ ਨਾ ਕਰੋ। ਫੇਸਬੁੱਕ 'ਤੇ ਲਿਖੀ ਹੋਈ ਚੀਜ਼ ਸਾਹਿਤ ਨਹੀਂ ਹੈਗਾ, ਸਾਹਿਤ ਵਾਸਤੇ ਥੋੜ੍ਹੀ ਜਿਹੀ ਕਾਹਲ ਨਾ ਕਰੋ, ਟਾਈਮ ਲਓ। ਇੱਕ ਸਾਡਾ ਮਿੱਤਰ ਹੈ ਯਾਦਵਿੰਦਰ ਸੰਧੂ ਨਾਮ, ਹਾਂ ਜਿਹਦਾ ਵਕਤ ਬੀਤਿਆ ਨੇ, ਜਿਹਨਾਂ ਦਾ ਨਾਵਲ ਆਇਆ ਹੈਗਾ, ਜਿਨ੍ਹਾਂ ਨੂੰ ਸਾਹਿਤਕ ਅਕਾਦਮੀ ਵੱਲੋਂ ਪੁਰਸਕਾਰ, ਉਹਨਾਂ ਨੂੰ ਯੁਵਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈਗਾ। ਉਹ ਬੰਦੇ ਨੇ ਕੀ ਕੀਤਾ, 7 ਵਾਰੀ ਨਾਵਲ ਨੂੰ ਆਪਦੇ ਪੈਨ ਨਾਲ ਲਿਖਿਆ, 7 ਵਾਰੀ। ਜੋ ਕਿੰਨੀ ਸਹਾਇਤਾ ਹੈ, 7 ਵਾਰੀ ਬੰਦੇ ਨੇ ਆਪਦੀ ਇੰਨੀ ਮਿਹਨਤ ਕੀਤੀ। ਇੱਕ ਕਿਸਾਨ ਜਿਵੇਂ ਆਪਦੀ ਫਸਲ ਪੈਦਾ ਕਰਨ ਵਾਸਤੇ ਮਿਹਨਤ ਕਰਦਾ, ਉਨੀ ਮਿਹਨਤ ਹੀ ਲੋੜ ਹੈ ਸਾਹਿਤ ਲਿਖਣ ਵਾਸਤੇ। ਇਹ ਨਹੀਂ ਹੈਗਾ ਕਿ ਮਨ 'ਚ ਕੋਈ ਖਿਆਲ ਆਇਆ ਉਹਨੂੰ ਫੇਸਬੁੱਕ 'ਤੇ ਪਾਤਾ, ਜਦੋਂ ਇਕੱਠੇ ਹੋ ਗਏ ਸਾਰੇ ਕਿਤਾਬ ਛਪਾਤੀ। ਤਾਂ ਉਹਦਾ ਨੁਕਸਾਨ ਕਿਹਨੂੰ ਹੈ? ਆਪਾਂ ਨੂੰ ਹੈ, ਪਾਠਕ ਨੂੰ ਹੈ। ਪਾਠਕ ਪੈਸੇ ਲਾ ਕੇ ਲੈ ਕੇ ਜੋ ਅਗਲੀ ਵਾਰ ਉਹਨੇ ਕਿਤਾਬ ਨਹੀਂ ਪੜ੍ਹਨੀ, ਨਵੇਂ ਪਾਠਕ ਕੋਲੇ ਚਲੀ ਗਈ, ਉਹਨੂੰ ਐ ਲੱਗੂ ਸਾਹਿਤ ਇਹੋ ਜਿਹਾ ਹੁੰਦਾ ਹੈਗਾ। ਸੋ ਥੋੜ੍ਹਾ ਜਿਹਾ ਆਪਾਂ ਨੂੰ ਰੱਖਣਾ ਪਊ ਖਿਆਲ ਇਸ ਚੀਜ਼ ਦਾ। ਆਖਰੀ ਸਫਾ ਵੱਲ ਵਧ ਰਹੇ ਹੈਗੇ ਆਪਾਂ, ਇਸ ਕਰਕੇ ਸੀਮਿਤ ਰੱਖਾਂਗੇ ਸਾਰੇ ਸਵਾਲਾਂ ਨੂੰ। ਸੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਸਾਡਾ ਇੱਕ ਬਹੁਤ ਵੱਡਾ ਦਿਖਾਂਤ ਪੈਦਾ ਹੋ ਗਿਆ ਜੀ ਸਾਡੇ ਸਮਾਜ ਦੇ ਵਿੱਚ ਸਾਹਿਤਕਾਰਾਂ ਲਈ। ਇੱਕ ਤਾਂ ਹਰ ਇੱਕ ਜਿਹੜਾ ਨੌਜਵਾਨ ਮੁੰਡਾ ਜਾਂ ਕੁੜੀ ਹੈ ਸਾਹਿਤਕਾਰ ਹੈ, ਉਹ ਹਰ ਇੱਕ ਕਿਤਾਬ ਨੂੰ, ਕਵਿਤਾ ਗਜ਼ਲ ਦੀ ਕਿਤਾਬ PDF ਬਣਾ ਕੇ, PDF ਫਾਈਲ 70 ਪੇਜਾਂ ਦੀ, ਜਿਹਦੇ ਨਾਲ ਨਿਗਾਹ ਵੀ ਘੱਟ ਸਕਦੀ ਹੈ, ਅਤੇ ਇੱਕ ਬੁੱਕ ਪ੍ਰਿੰਟ ਹੁੰਦੀ ਹੈ, ਸਾਡੇ ਸਾਹਮਣੇ ਆਉਂਦੀ ਹੈ। ਦੂਸਰੀ ਗੱਲ ਮਾਨ ਸਾਹਿਬ, ਜਿਹੜੀ ਫੇਸਬੁੱਕ 'ਤੇ, WhatsApp 'ਤੇ ਕਈ ਹੋਰ ਐਪਾਂ ਦੇ ਉੱਤੇ ਚੱਲ ਰਿਹਾ ਹੈਗਾ ਇਹ ਤਮਾਸ਼ਾ ਵੀ ਜਦੋਂ ਕੋਈ ਪਤਾ ਨਹੀਂ ਉਹ ਕਿੱਥੋਂ ਚੱਕਦੇ, ਕਈ ਵਾਰੀ ਇਹ ਲੱਗਦਾ ਵੀ ਨਵਾਂ ਮੁੰਡਾ ਇਹ ਸਰਜੀਤ ਪਾਤਰ ਜਾਂ ਸ਼ਿਵ ਕੁਮਾਰ ਬਟਾਲਵੀ ਤੋਂ ਵੀ ਅੱਗੇ ਚੱਲ ਰਿਹਾ, ਉਹਦੇ ਕੋਲੇ ਕੱਖ ਨਹੀਂ ਹੁੰਦਾ ਗਾ। ਰੀਜ਼ਨ ਕੀ ਹੈ ਕਿ ਉਹ ਤੋਂ ਸ਼ਬਦ ਚੱਕ ਲੈਂਦੇ, ਤੋੜ ਮਰੋੜ ਕੇ ਪੇਸ਼ ਕਰਦੇ ਆ। ਜੇ ਉਹਨੂੰ ਅਖਬਾਰਾਂ 'ਚ ਦੇਖੀਏ ਜਾਂ ਕਿਤੇ ਹੋਰ, ਉਹ ਕਿਤੇ ਨਹੀਂ ਛਪਦਾ ਹੁੰਦਾ, ਪਰ ਲਿਖਦੇ ਉਹ ਬਹੁਤ ਵਧੀਆ। ਇਹਦੇ ਨਾਲ ਕਿੰਨਾ ਕੁ ਖੋਰਾ ਲੱਗ ਰਿਹਾ ਸਾਡੇ ਜਿਹੜੇ ਸਾਹਿਤਕਾਰ ਚੰਗਾ ਲਿਖਦੇ ਨਹੀਂ? ਦੇਖੋ ਜੀ, ਹਰ ਜਿਹੜੀ ਚੀਜ਼ ਚੋਰੀ ਹੋ ਕੇ ਲਿਖੀ ਜੀ ਉਹਦਾ ਮਾੜਾ ਪ੍ਰਭਾਵ ਤਾਂ ਮਿਲੂਗਾ। ਹਰ ਇੱਕ ਸਾਹਿਤਕਾਰ ਬਣਿਆ ਬੈਠਾ ਫੇਸਬੁੱਕ ਜਾਂ WhatsApp 'ਤੇ ਹੋਰ। ਇਹਦਾ ਕਾਰਨ ਇਹ ਦੇਖੋ, ਸਾਹਿਤਕਾਰ ਬਣਿਆ ਨਾ, ਸਾਰਿਆਂ ਦੀ ਆਜ਼ਾਦੀ ਹੈ, ਹਰ ਕਿਸੇ ਨੂੰ ਬਣਨਾ ਚਾਹੀਦਾ,
ਹੱਕ ਹੈ। ਪਰ ਮੈਂ ਇੱਕ ਬੇਨਤੀ ਕਰਦਾ ਵੀ ਜੇ ਤੁਸੀਂ ਇੱਕ ਕਿਤਾਬ ਲਿਖਣੀ ਹੈ ਨਾ, ਇੱਕ ਨਾਵਲ ਲਿਖਣਾ ਹੈ ਤਾਂ 100 ਨਾਵਲ ਪੜ੍ਹੋ। ਜੇ ਤੁਸੀਂ ਇੱਕ ਕਹਾਣੀ ਲਿਖਣੀ ਹੈ 100 ਕਹਾਣੀ ਪੜ੍ਹੀ ਹੋਣੀ ਚਾਹੀਦੀ ਹੈ। ਇੱਕ ਕਵਿਤਾ ਪੜ੍ਹਨੀ ਹੈ, ਲਿਖਣੀ ਹੈ ਤਾਂ ਉਹਦੇ ਵਾਸਤੇ 10 ਕਿਤਾਬਾਂ ਘੱਟੋ ਘੱਟ ਚੰਗੇ ਲਿਖ ਕੇ ਨੇ ਪੜ੍ਹ ਕੇ ਦੇਖ ਲਓ ਕਿ ਵਜਨ ਬਹਿਰ ਅਸੀਂ ਕਿਤੇ ਖੜਦੇ ਹਾਂ। ਅਸੀਂ ਇਹ ਨਹੀਂ ਹਰ ਕੋਈ ਪ੍ਰੋਫੈਸਰ ਪੂਰਨ ਸਿੰਘ ਜੀ ਨਹੀਂ ਹੈਗੇ। ਪੂਰਨ ਸਿੰਘ ਜੀ ਬਹੁਤ ਵੱਡੀ ਸ਼ਖਸੀਅਤ ਸੀਗੇ, ਉਹਨਾਂ ਨੂੰ ਲੈ ਕੇ ਤੁਸੀਂ ਖੁੱਲੀ ਕਵਿਤਾ ਆਪਾਂ ਲਿਖੀ ਜਾਂਦੇ ਹਾਂ, ਪਰ ਉਹਦਾ ਨੁਕਸਾਨ ਤੁਹਾਨੂੰ ਪਤਾ ਨਹੀਂ ਹੈ ਕਿੰਨਾ ਸਾਨੂੰ ਤੇ ਆਪਾਂ ਨੂੰ ਸਾਰਿਆਂ ਨੂੰ ਭੁਗਤਣਾ ਪੈਣਾ ਹੈਗਾ। ਆਉਣ ਵਾਲੇ ਸਮੇਂ 'ਚ ਲੋਕਾਂ ਨੇ ਕਿਤਾਬਾਂ ਪੜ੍ਹਨੀਆਂ ਬੰਦ ਕਰ ਦੇਣੀਆਂ, ਬੰਦ ਕਰ ਰਹੇ। ਬਿਲਕੁਲ ਹੀ ਹਰ ਇੱਕ ਨੌਜਵਾਨ ਦੂਸਰੇ ਨੂੰ, ਮੁੰਡੇ ਕੁੜੀਆਂ ਕਹਿੰਦੇ ਮੈਨੂੰ PDF ਫਾਈਲ ਸ਼ਬਦ ਮਹਾਨ ਕੋਸ਼ ਦੀ ਜਾਏ ਸੈਂਡ ਕਰੋ, ਫਿਰ ਨਿਗਾਹ ਵੀ 200 ਪੇਜ ਪੜਾਂਗੇ, 400 ਨਿਗਾਹ ਸਾਡੀ ਖਤਮ ਹੋ। ਨਹੀਂ, ਉਹ ਪੜ੍ਹਦੇ ਨਹੀਂ। ਜਿਹੜੇ PDF ਮੰਗਾਉਂਦੇ ਉਹ ਕਿੱਥੇ ਪੜ੍ਹਦੇ ਵੀ ਨਹੀਂ। ਐਕਚੁਅਲ ਮੇਰੇ ਵਾਸਤੇ ਜਿਹੜਾ ਸਹੀ ਫੀਲ ਮੈਨੂੰ ਤਾਂ ਕਿਤਾਬ ਫੜ ਕੇ ਆਉਂਦਾ। ਠੀਕ ਹੈ, ਹਰ ਬੰਦੇ ਦੀ ਕਿਤਾਬ ਦੇ ਹੋ ਸਕਦਾ ਡਿਜੀਟਲ ਟਾਈਮ ਹੈ, ਆਉਣ ਵਾਲੇ ਸਮੇਂ ਡਿਜੀਟਲ ਕਿਤਾਬਾਂ ਹੋ ਜਾਣ, ਪਰ PDF ਮੰਗਾਉਣ ਵਾਲੇ ਮੇਰਾ ਨਿੱਜੀ ਤਜਰਬਾ ਹੈ ਵੀ ਉਹ ਪੜ੍ਹਦੇ ਨਹੀਂ। ਉਹ PDFਾਂ ਦਾ ਇੱਕ ਬਣਿਆ ਹੋਇਆ ਰਿਵਾਜ ਕਿ ਫਲਾਣੇ ਕੋਲ ਇੰਨੀਆਂ PDF ਹੈ, ਉਹ ਇੱਕ ਪਾਉਂਦਾ ਬੰਦੇ ਭੱਜ ਭੇਜਦੇ ਆ, ਜਾਂ ਕੁਛ ਇਹੋ ਜਿਹੇ ਹਾਲਾਤ ਨੇ ਕਿ ਕੋਈ ਜੈਂਡਰ ਰੇਸ਼ੋ ਦਾ ਫਰਕ ਹੈ, ਕੀ ਹੈ, ਕੁਛ ਬੰਦੇ ਉਸ ਲੈਵਲ 'ਤੇ ਸੋਚਦੇ ਆ, ਉਧਰਲੇ ਪਾਸੇ ਤੁਰਦੇ ਆ। ਸੋ ਮੈਨੂੰ ਲੱਗਦਾ ਵੀ ਇਹ ਜਿਹੜੇ ਮਾੜੇ ਰੁਝਾਨ ਨੇ ਇਹਨਾਂ ਨੂੰ ਆਪਾਂ ਨੂੰ ਬਚਣਾ ਚਾਹੀਦਾ। ਕਿਤਾਬ ਖਰੀਦ ਕੇ ਪੜ੍ਹੋ, ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਦੀ ਪੜ੍ਹ ਲਓ, ਕੋਈ ਜ਼ਰੂਰੀ ਨਹੀਂ ਹੈ। ਬਹੁਤ ਸਾਰੇ ਹੁਣ ਸੋਸ਼ਲ ਮੀਡੀਆ ਮਾੜਾ ਨਹੀਂ ਹੈ, ਮਾੜਾ ਨਹੀਂ ਕਹਿ ਸਕਦੇ ਆਪਾਂ, ਮਤਲਬ ਇਹ ਸਾਡੇ ਲਈ ਆਉਣ ਵਾਲੀ ਜਨਰੇਸ਼ਨ ਲਈ ਨੁਕਸਾਨਦੇਹ ਆ ਸਾਰੇ ਪੱਖਾਂ ਤੋਂ। ਇਹ ਪਲੇਟਫਾਰਮ ਬਹੁਤ ਵਧੀਆ, ਇਹਦਾ ਵਰਤੋਂ ਸਹੀ ਕਰ ਲਓ। ਦੇਖੋ ਹੁਣ ਬਹੁਤ ਸਾਰੇ ਇਹੋ ਜਿਹੇ ਬੰਦੇ ਬੈਠੇ ਆ ਵਿਦਵਾਨ, ਜਿਹਨਾਂ ਦੇ ਰਿਵਿਊ ਪੜ੍ਹਨ ਨੂੰ ਮਿਲਦੇ ਆ। ਸਰਦਾਰ ਅਵਤਾਰ ਸਿੰਘ ਜੀ ਵੱਡੇ ਪ੍ਰੋਫੈਸਰ ਨੇ, ਮੈਂ ਉਹਨਾਂ ਨੂੰ ਪੜ੍ਹਦਾ, ਬਹੁਤ ਵਧੀਆ ਲੱਗਦਾ। ਰਾਣਾ ਰਣਵੀਰ ਜੀ ਵੱਡੇ ਐਕਟਰ ਨੇ, ਉਹ ਲਿਖਦੇ ਆ। ਹਰਪਾਲ ਸਿੰਘ ਆ ਮੇਰਾ ਦੋਸਤ, ਗੁਰਸੇਵਕ ਸਿੰਘ ਚਹਿਲ ਹੈ, ਉਹਨਾਂ ਦੇ ਜਿਹੜੇ ਗੁਰਜੰਟ ਰੀਠ ਖੇੜੀ ਹੈ ਮੁੰਡਾ, ਉਹਨਾਂ ਨੂੰ ਪੜ੍ਹ ਕੇ ਪਤਾ ਲੱਗਦਾ। ਸਾਡੇ ਗੁਰਦੀਪ ਸਿੰਘ ਢਿੱਲੋਂ ਨੇ, ਨਰਿੰਜਨ ਬੋਹਾ ਜੀ ਨੇ, ਉਹਨਾਂ ਨੂੰ ਉਹ ਜੋ ਲਿਖਦੇ ਆ, ਜਿਹਦੇ ਬਾਰੇ ਦੱਸਦੇ ਆ, ਮੈਂ ਪੜ੍ਹਦਾ, ਉਹ ਮੈਨੂੰ ਲੱਗਦਾ ਕਿ ਇਹਨਾਂ ਨੇ ਵਧੀਆ ਚੀਜ਼ ਦੱਸੀ ਔਰ ਵਧੀਆ ਹੁੰਦੀ ਵੀ ਹੈ। ਸੋ ਚੰਗੀਆਂ ਚੀਜ਼ਾਂ ਵੀ ਹੈਗੀਆਂ, ਪਰ ਮੈਂ ਕਹਿਣਾ ਵੀ ਜੇ ਬਹੁਤਾਤ ਦੀ ਬਜਾਏ ਥੋੜ੍ਹਾ ਲਿਖ ਲਓ, ਘੱਟ ਲਿਖ ਲਓ, ਟਾਈਮ ਲਾ ਕੇ ਲਿਖ ਲਓ, ਪਰ ਪੱਕੇ ਪੈਰੀ ਹੋ ਕੇ ਲਿਖੋ, ਨਹੀਂ ਤਾਂ ਨੁਕਸਾਨ ਹੈ ਸਾਰਿਆਂ ਨੂੰ, ਲਿਖਣ ਵਾਲੇ ਨੂੰ ਵੀ ਅਤੇ ਪੜ੍ਹਨ ਵਾਲੇ ਨੂੰ ਵੀ। ਮਾਨ ਸਾਹਿਬ, ਸਾਡੀ ਨੌਜਵਾਨ ਪੀੜ੍ਹੀ ਨਾਵਲਾਂ ਤੋਂ, ਕਹਾਣੀਆਂ ਤੋਂ ਦੂਰ ਹੁੰਦੀ ਜਾ ਰਹੀ ਹੈ। ਦੂਸਰੀ ਗੱਲ, ਕਾਲਜ ਦੀ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਹ ਵੀ ਨਾਵਲਾਂ ਤੋਂ ਪਰੇ ਹੋ ਕੇ, ਸਾਰੇ ਜੇ 5 ਮੁੰਡੇ ਕੁੜੀਆਂ ਬੈਠੇ ਆ, 10 ਬੈਠੇ ਆ, ਉਹਨਾਂ ਦਾ ਸਾਰਾ ਧਿਆਨ ਹੈ ਜਿਹੜਾ WhatsApp ਵਗੈਰਾ 'ਤੇ ਹੁੰਦਾ, ਇੰਟਰਨੈਟ 'ਤੇ ਹੁੰਦਾ। ਇੱਕ ਇਹ। ਦੂਸਰਾ, ਜਿਹੜੇ ਟੀਚਰ ਹੈ ਸਾਡੇ, ਮੈਂ ਟੀਚਰਾਂ ਨਾਲ ਬੜਾ ਮੇਲ ਜੋਲ ਹੁੰਦਾ। ਮੈਂ ਕਹਿੰਦਾ ਵੀ 5-7% ਹੀ ਟੀਚਰ ਹੈ ਜਿਹੜੇ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਗਾ, ਵੀ ਸਰਕਾਰ ਨੇ ਇੰਨੇ ਕੰਮ ਦੇ ਛੱਡਿਆ, ਵੀ ਸਾਹਿਤ ਵੱਲ ਉਹਨਾਂ ਦਾ ਰੁਝਾਨ ਵੀ ਘਟਦਾ ਜਾ ਰਿਹਾ। ਟੀਚਰ ਸਾਡੀਆਂ ਜੜ੍ਹਾਂ ਨੇ, ਟੀਚਰ ਸਾਡੇ ਸਮਾਜ ਦਾ ਧੁਰਾ ਨੇ, ਬੱਚਿਆਂ ਨੂੰ ਵਿੱਦਿਆ ਦਿੰਦੇ ਨੇ, ਸਿੱਖਿਆ ਦਿੰਦੇ ਨੇ, ਉਹਨਾਂ ਨੂੰ ਪੜ੍ਹਨਾ ਚਾਹੀਦਾ। ਟੀਚਰਾਂ ਦੀ ਵੀ ਦੂਰੀ ਹੋ ਰਹੀ ਹੈ ਸਾਹਿਤ ਤੋਂ, ਕੀ ਕਾਰਨ ਮੰਨਦੇ ਹੋ? ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਉਹ ਵੀ ਦੂਰ ਹੋ ਰਹੀ ਹੈ ਇਸ ਗੱਲ ਤੋਂ। ਤੁਸੀਂ ਮਾਫੀ ਚਾਹੁੰਦੇ, ਤੁਹਾਡਾ ਸਵਾਲ ਜਵਾਬ ਵਿੱਚ ਹੈਗਾ, ਅਤੇ ਕਿਉਂਕਿ ਮੈਂ ਖੁਦ ਲਿਖਦਾ ਕਰਕੇ ਮੈਂ ਵੀ ਇਸ ਗੱਲੋਂ ਪ੍ਰਭਾਵਿਤ ਹੋ ਰਿਹਾ। ਪਹਿਲਾਂ ਜਦੋਂ ਅਸੀਂ ਕਾਲਜ 'ਚ ਜਾਂਦੇ ਸੀ, ਮੁੰਡੇ ਕੁੜੀਆਂ ਕੋਲੇ ਉਹਨਾਂ ਦੇ ਹੱਥਾਂ 'ਚ ਨਾਵਲ ਹੀ ਲਗਭਗ ਕਿਤਾਬਾਂ ਦੇ ਨਾਲ ਦਿਸਦੇ। ਕੀ ਮੰਨਦੇ ਹੋ ਇਸ ਗੱਲ? ਦੇਖੋ, ਜਿਹੜਾ ਤਾਂ ਆਪਾਂ ਮੁੰਡੇ ਕੁੜੀ ਦੇ ਹੱਥ 'ਚ WhatsApp ਜਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਦੇਖੋ ਇਹ ਸਮੇਂ ਦੇ ਨਾਲ ਇਹ ਚੀਜ਼ਾਂ ਆਉਣੀਆਂ ਹੀ ਹੈ, ਪਰ ਉਹਦਾ ਕਾਰਨ ਇਹ ਹੋ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ 15-20 ਸਾਲ ਤੋਂ ਮੈਂ ਦੇਖਿਆ ਪੰਜਾਬ ਦੇ ਵਿੱਚ ਬਾਲ ਸਾਹਿਤ ਹੈ ਜਿਹੜਾ ਬਹੁਤ ਘੱਟ ਲਿਖਿਆ ਜਾ ਰਿਹਾ ਜਾਂ ਲਿਖਿਆ ਨਹੀਂ ਜਾ ਰਿਹਾ, ਔਰ ਜਿਹੜਾ ਲਿਖਿਆ ਜਾ ਰਿਹਾ ਉਹ ਬੱਚਿਆਂ ਤੱਕ ਪਹੁੰਚ ਨਹੀਂ ਰਿਹਾ। ਤਾਂ ਜਦੋਂ ਇੱਕ ਆਦਤ ਤੁਹਾਨੂੰ ਡਿਵੈਲਪ ਕਰਨੀ ਪਊ ਛੋਟੀ ਉਮਰ ਦੇ ਵਿੱਚ, ਬਚਪਨ ਤੋਂ ਜਿਹੜਾ ਬੱਚਾ ਪੜ੍ਹਦਾ ਜਾਊਗਾ ਉਹ ਸਾਹਿਤ ਵੱਲ ਰੁਚਿਤ ਹੋਊਗਾ। ਇਹ ਨਹੀਂ ਹੈਗਾ ਜਾਣਸਾਰ ਹੋ ਜਾਊਗਾ। ਔਰ ਜਿਹੜਾ ਵਿਜ਼ੂਅਲ ਮੀਡੀਆ ਹੈਗਾ, ਜਿਹੜਾ ਅਸੀਂ ਚੀਜ਼ਾਂ ਦੇਖਦੇ ਹਾਂ, ਬੜਾ ਸ਼ਕਤੀਸ਼ਾਲੀ ਮੀਡੀਆ ਹੈਗਾ। ਇਹਦੇ 'ਚ ਚੋਇਸ ਬਹੁਤ ਜ਼ਿਆਦਾ ਹੈ। ਅੱਜ ਦੇ ਟਾਈਮ 'ਚ ਤਾਂ 50 OT ਚੈਨਲ ਸਾਡੇ ਸਾਹਮਣੇ ਪਏ ਨੇ, ਪਲੇਟਫਾਰਮ ਤਾਂ ਬਹੁਤ ਵੱਡਾ ਚੀਜ਼ਾਂ ਆ ਗਈਆਂ। ਉਹਦੇ ਕਰਕੇ ਨੈਚੁਰਲੀ ਹੈ ਕਿ ਲੋਕਾਂ ਦਾ ਧਿਆਨ ਹੈ ਜਿਹੜਾ ਡਿਸਟਰੈਕਟ ਹੋਊਗਾ। ਹੁਣ ਆਪਾਂ ਇਹਨੂੰ ਠੀਕ ਕਿਵੇਂ ਕਰ ਸਕਦੇ ਹਾਂ? ਠੀਕ ਕਰਨ ਵਾਸਤੇ ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਅਧਿਆਪਕਾਂ ਬਾਰੇ ਵੀ ਉਹੀ ਗੱਲ ਹੈ ਜਿਹੜੀ ਤੁਸੀਂ ਕਰਕੇ ਚੁੱਕੇ ਹੋ ਕਿ ਉਹਨਾਂ ਨੇ ਵਿਚਾਰਿਆਂ ਨੇ ਸਾਹਿਤ ਪੜ੍ਹਿਆ ਨਹੀਂ ਗਾ, ਉਹਨਾਂ ਨੂੰ ਇਹ ਵਾਧੂ ਚੀਜ਼ ਲੱਗਦੀ ਹੈਗੀ, ਸਪੋਰਟਸ ਵੀ ਵਾਧੂ ਲੱਗਦੀ ਹੈ, ਸਾਹਿਤ ਵੀ ਵਾਧੂ ਲੱਗਦਾ। ਪਰ ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ ਕਿ ਜੇ ਅਸੀਂ ਆਪਦੇ ਬੱਚਿਆਂ ਨੂੰ ਵਧੀਆ ਜ਼ਿੰਦਗੀ ਜਿਉਣ ਵਾਸਤੇ ਲੈ ਕੇ ਜਾਣਾ ਅੱਗੇ, ਤਾਂ ਉਹਨਾਂ ਦਾ ਪੜ੍ਹਨਾ ਵੀ ਜ਼ਰੂਰੀ ਹੈ, ਉਹਨਾਂ ਦਾ ਖੇਡਣਾ ਵੀ ਜ਼ਰੂਰੀ ਹੈ। ਤਾਂ ਬਾਲ ਸਾਹਿਤ ਵਧੀਆ ਲਿਖਿਆ ਜਾਣਾ ਚਾਹੀਦਾ ਹੈ। ਜਿਵੇਂ ਹੁਣ ਮੈਂ ਆਪਦੇ ਸਕੂਲ ਦੇ ਵਿੱਚ, ਮੈਂ NSS ਦੇ ਕੈਂਪ ਦੇ ਵਿੱਚ ਅਸੀਂ ਪੜ੍ਹਦੇ ਹੁੰਦੇ ਸੀ, ਅਸੀਂ ਕੰਧ ਅਖਬਾਰ ਕੱਢਦੇ ਹੁੰਦੇ ਸੀਗੇ। ਠੀਕ ਹੈ ਜੀ, ਕੰਧ 'ਤੇ ਅਸੀਂ ਆਪਦੇ ਹੱਥ ਨਾਲ ਲਿਖ ਕੇ ਅਖਬਾਰ ਕੱਢਣਾ, ਔਰ ਸਾਨੂੰ ਮਤਲਬ ਕਾਫੀ ਸਾਰੇ ਉਹਦੇ ਕਰਕੇ ਸਾਨੂੰ ਸਨਮਾਨ ਵੀ ਮਿਲੇ। ਹੁਣ ਮੇਰੇ ਸਟੂਡੈਂਟ ਕੱਢਦੇ, ਮੈਂ ਗਰਲ ਸਕੂਲ ਮੌੜ ਮੰਡੀ 'ਚ ਇੰਗਲਿਸ਼ ਦਾ ਲੈਕਚਰਰ ਹਾਂ, ਤਾਂ ਉੱਥੇ ਬਹੁਤ ਸਾਰੇ ਬੱਚੇ ਜਿਹੜੇ ਸਾਡੀ ਟੀਮਾਂ ਨੇ, ਕਈ ਅਖਬਾਰ ਨਿਕਲਦੇ ਨੇ, ਠੀਕ ਹੈ, ਮੈਗਜ਼ੀਨ ਦੇ ਵਿੱਚ ਲਿਖਦੇ ਨੇ। ਤਾਂ ਇਹ ਚੀਜ਼ਾਂ ਦਾ ਅਸਰ ਜਿਹੜਾ ਹੈਗਾ, ਮੈਂ ਗਰੰਟੀ ਕਰਦਾ ਕਿ ਉਹ ਬੱਚੇ ਅੱਗੇ ਜਾ ਕੇ ਕਾਲਜ 'ਚ ਪੜ੍ਹਨਗੇ ਤਾਂ ਜ਼ਰੂਰ ਸਾਹਿਤ ਪੜ੍ਹਨਗੇ। ਹੁਣ ਮੈਂ ਤੁਹਾਨੂੰ ਇੱਕ ਹੋਰ ਨਵੀਂ ਚੀਜ਼ ਦੱਸਦਾ ਕਿ ਮੈਂ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਚਲਾ ਗਿਆ ਕੁਛ ਟਾਈਮ ਵਾਸਤੇ, 1.5-2 ਸਾਲ ਨਹਿਰੂ ਯੁਵਾ ਕੇਂਦਰ ਦੇ ਵਿੱਚ।
ਤਾਂ ਉਦੋਂ ਵਾਪਸ ਆਇਆ, ਮੈਂ ਕੋਟਲੀ ਕਲਾਂ ਸਕੂਲ ਦੇ ਵਿੱਚ ਇੰਚਾਰਜ ਪ੍ਰਿੰਸੀਪਲ ਸੀਗਾ, ਤੇ ਮੈਂ ਕਿਹਾ ਵੀ ਮੈਗਜ਼ੀਨ ਛਾਪਦੇ ਹਾਂ, ਕਿਉਂਕਿ ਆਪਣੇ ਸਾਹਿਤਕ ਰੁਚੀਆਂ ਆਪਾਂ ਕੰਮ ਕਰਨਾ। ਮੈਂ ਸਾਰੇ ਨਿਆਣਿਆਂ ਨੂੰ ਕਿਹਾ, 300 ਦੇ ਕਰੀਬ ਬੱਚਾ ਸੀ, ਵੀ ਐਂ ਕਰੋ ਵੀ ਆਪਾਂ ਸਾਹਿਤਕ ਕੁਛ ਇੱਕ ਮੈਗਜ਼ੀਨ ਬਣਾਉਣਾ, ਰਚਨਾਵਾਂ ਲੈ ਕੇ ਆਓ। ਤੁਸੀਂ ਮੰਨੋ ਕਿੰਨੇ ਬੱਚੇ ਰਚਨਾਵਾਂ ਲੈ ਕੇ? ਇੱਕ ਵੀ ਨਹੀਂ ਲੈ ਕੇ ਆਇਆ, ਸਿੰਗਲ ਵੀ। ਇਦੋਂ ਵੱਡਾ ਦਿਖਾਣ ਸਾਡੇ ਲਈ ਕੀ ਹੋ ਸਕਦਾ? ਹਾਂ, ਫਿਰ ਕੀ ਹੋਇਆ ਕਿ ਅਸੀਂ ਫਿਰ ਪੀਪਲਜ਼ ਫੋਰਮ ਦਾ ਉੱਥੇ ਜਿਹੜੇ ਸਾਡੇ ਮਿੱਤਰ ਖੁਸ਼ਵੰਤ ਪ੍ਰਗਾੜੀ, ਉਹਨਾਂ ਨੂੰ ਬੇਨਤੀ ਕੀਤੀ। ਅਸੀਂ ਉੱਥੇ ਇੱਕ ਬੁੱਕ ਐਗਜੀਬਿਸ਼ਨ ਲਾਈ, ਕਿਤਾਬਾਂ ਦੀ ਪ੍ਰਦਰਸ਼ਨੀ ਲਾਈ। 18,000 ਰੁਪਏ ਦੀਆਂ ਕਿਤਾਬਾਂ ਸਾਡੇ ਸਟੂਡੈਂਟਸ ਨੂੰ ਅਸੀਂ ਪ੍ਰੇਰਿਆ। 18,000 ਦੀਆਂ ਕਿਤਾਬਾਂ ਸਾਡੇ ਸਕੂਲ ਦੇ ਬੱਚਿਆਂ ਨੇ ਖਰੀਦੀਆਂ। ਔਰ 2 ਮਹੀਨਿਆਂ ਬਾਅਦ ਮੁਕਾਬਲਾ ਇਹ ਹੋਣ ਲੱਗ ਗਿਆ ਕਿ ਸਾਡੇ ਕੋਲ ਰਚਨਾਵਾਂ ਇੰਨੀਆਂ ਆ ਗਈਆਂ ਕਿ ਸਾਨੂੰ ਵਿੱਚੋਂ ਐ ਛਾਂਟਣੀਆਂ ਪਈਆਂ ਕਿ ਇਹਨੂੰ ਛਾਪੀਏ, ਇਹਨੂੰ ਨਾ ਛਾਪੀਏ। ਫਿਰ ਉਹ ਜਿਹੜੇ ਬੱਚੇ ਰਹਿੰਦੇ ਸੀ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਇੱਦਾਂ ਠੀਕ ਕਰੋ। ਸੋ ਇਹ ਮਾਹੌਲ ਤਾਂ ਆਪਾਂ ਪੈਦਾ ਕਰਨਾ ਹੈ। ਮਾਹੌਲ ਆਪਾਂ ਪੈਦਾ ਕਰਨਾ। ਦੇਖ ਲਓ ਥੋੜੇ ਜਿਹੇ ਤੁਹਾਡੇ ਹੰਬਲੇ ਨਾਲ ਕਿੰਨੇ ਬੱਚੇ ਰਚਨਾਵਾਂ ਲੈ ਕੇ ਆਏ? ਨਹੀਂ, ਮੇਰਾ ਹੰਬਲਾ ਨਹੀਂ, ਵੀ ਮੇਰੇ ਸਟਾਫ ਦਾ ਵੀ ਸਾਰਿਆਂ ਯੋਗਦਾਨ ਸੀ। ਤੁਸੀਂ ਸਾਹਿਤਕਾਰ ਹੋ, ਆਪਣੇ ਹੋਰ ਬੜੇ ਦੋਸਤ ਸਾਹਿਤਕਾਰ ਨੇ, ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਇੱਥੇ ਥੋੜ੍ਹਾ ਥੋੜ੍ਹਾ ਕੰਮ ਕਰੀਏ। ਇੱਕ ਵਾਰੀ ਆਪਾਂ ਤੁਰ ਪਏ, ਲਹਿਰ ਤਾਂ ਬਣੀ ਜਾਊ। ਹੁਣ ਤੁਸੀਂ ਦੇਖੋ ਆਪਣੇ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਲਾਇਬ੍ਰੇਰੀਆਂ ਖੁੱਲ੍ਹ ਰਹੀਆਂ ਅੱਜ ਕੱਲ੍ਹ। ਰਾਏਖਾਨਾ ਖੁੱਲ੍ਹੀ ਹੈ, ਮਾਨਖਾਨਾ ਖੁੱਲ੍ਹੀ ਹੈ, ਰਾਮਨਗਰ ਹੈ, ਮੌੜ ਕਲਾਂ, ਮੇਰੇ ਨੇੜੇ ਤੇੜੇ। ਮੈਂ ਉਹਨਾਂ ਸਾਰਿਆਂ ਨੂੰ 20-20 ਕਿਤਾਬਾਂ ਦੇ ਕੇ ਆਇਆ, ਕਿਉਂਕਿ ਮੇਰੇ ਕੋਲ ਕਿਤਾਬਾਂ ਪਈਆਂ ਸੀ। ਬਹੁਤ ਸਾਰੀਆਂ ਕਿਤਾਬਾਂ ਮੈਂ ਖਰੀਦ ਲਿਆਉਣਾ, ਤਾਂ ਉਹ ਪਈਆਂ ਵੀ ਹੁੰਦੀਆਂ, ਆਪਾਂ ਦੇ ਆਓ। ਤਾਂ ਉਹ ਜਿਹੜੇ 20 ਕਿਤਾਬਾਂ ਕਿਸੇ ਕੋਲ ਤਾਂ ਜਾਣਗੀਆਂ ਹੀ, ਸਟੱਡੀ ਤਾਂ ਕੁਛ ਤਾਂ ਪੜ੍ਹੂਗੇ ਬੱਚੇ। ਜਦੋਂ ਉੱਥੇ ਕੁਛ ਲਾਇਬ੍ਰੇਰੀਆਂ ਖੁੱਲ੍ਹਣਗੀਆਂ, ਕਿਤਾਬਾਂ ਜਾਣਗੀਆਂ, ਤਾਂ ਮੈਂ ਕਹਿੰਦਾ ਵੀ ਪੁਸਤਕ ਸੱਭਿਆਚਾਰ ਪੈਦਾ ਹੋਊਗਾ। ਬਸ ਇਹੀ ਲੋੜ ਹੈਗੀ। ਸਾਡੇ ਜਿਹੜੇ ਮਾਨ ਸਾਹਿਬ ਮੁੰਡੇ ਕੁੜੀਆਂ ਨੇ, ਉਹਨਾਂ ਨੂੰ ਕਿਹੜੇ ਪੁਰਾਣੇ ਰਾਈਟਰ ਅਤੇ ਕਿਹੜੇ ਨਵੇਂ ਲੇਖਕਾਂ ਦੇ ਕਹਾਣੀਆਂ ਦੀਆਂ ਕਿਤਾਬਾਂ, ਨਾਵਲ ਹੈ ਜਿਹੜੀ ਉਹ ਪੜ੍ਹਨੇ ਚਾਹੀਦੇ ਹੈਗੇ, ਵੀ ਜਿਹਨਾਂ ਤੋਂ ਥੋੜ੍ਹਾ ਜਿਹਾ ਉਹਨਾਂ ਨੂੰ ਇਹ ਲੱਗੇ ਵੀ ਯਾਰ ਬਹੁਤ ਚੰਗੀ ਕਿਤਾਬ ਹੱਥ 'ਚ ਆ ਗਈ ਅਤੇ ਆਪਾਂ ਜ਼ਰੂਰ ਕੁਛ ਲਿਖਣ ਦੀ ਕੋਸ਼ਿਸ਼ ਕਰ ਸਕਦੇ ਕਦੇ ਜ਼ਿੰਦਗੀ ਦੇ ਵਿੱਚ? ਦੇਖੋ, ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਇੱਕ ਤਾਂ ਤੁਸੀਂ ਭਾਸ਼ਾ ਦੀ ਹੱਦਬੰਦੀ ਨਹੀਂ ਰੱਖਣੀ। ਇਹ ਨਹੀਂ ਹੈਗਾ ਕਿ ਮੈਂ ਪੰਜਾਬੀ ਦਾ ਲੇਖਕ ਹਾਂ, ਮੈਂ ਪੰਜਾਬੀ ਨੂੰ ਪ੍ਰਮੋਟ ਕਰਦਾ, ਇਹ ਮੇਰਾ ਫਰਜ਼ ਹੈਗਾ। ਪੰਜਾਬੀ ਦੇ ਵਿੱਚ ਤੁਸੀਂ ਪ੍ਰੋਫੈਸਰ ਗੁਰਦਿਆਲ ਸਿੰਘ ਜੀ ਨੂੰ ਪੜ੍ਹ ਸਕਦੇ ਹੋ, ਅੰਮ੍ਰਿਤਾ ਪ੍ਰੀਤਮ ਜੀ ਨੇ, ਦਲੀਪ ਕੌਰ ਟਵਾਣਾ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ ਜੀ, ਗੁਲਜ਼ਾਰ ਸਿੰਘ ਸੰਧੂ ਜੀ, ਜਸਪਾਲ ਮਾਨਖੇੜਾ, ਬੜੇ ਨਾਮ ਨੇ। ਮੈਂ ਸਾਰਿਆਂ ਨਾਂ ਤਾਂ ਗਿਣਾ ਨਹੀਂ ਸਕਦਾ ਕਿਉਂਕਿ ਸਾਡੇ ਕੋਲ ਇੰਨੇ ਤਕੜੇ ਰਾਈਟਰ ਨੇ। ਬਿਰਕ ਸਾਹਿਬ ਹੈ, ਕੁਲਵੰਤ ਸਿੰਘ ਬਿਰਕ, ਜਿਹਨੇ ਕਹਾਣੀ ਲਿਖਣੀ ਹੈ ਉਹਨੂੰ ਪੜ੍ਹਨਾ ਚਾਹੀਦਾ। ਬਿਰਕ ਸਾਹਿਬ ਨੂੰ, ਬਿਰਕ ਸਾਹਿਬ ਤੋਂ ਚੰਗੀ ਕਹਾਣੀ ਕਿਹਨੇ ਲਿਖੀ ਹੈਗੀ? ਜੁਗਤੀ ਕਹਾਣੀ ਕਿਹਨੇ, ਜਿਹਨੂੰ ਕੁੱਜੇ ਸਮੁੰਦਰ ਬੰਦ ਕਰਦੇ ਹੈਗੇ। ਠੀਕ ਹੈ, ਵੱਡੀਆਂ ਗੱਲਾਂ ਕੀਤੀਆਂ ਨੇ। ਨਵੇਂ ਸਮੇਂ ਦੇ ਵਿੱਚ ਵੀ ਯਾਦਵਿੰਦਰ ਹੋਰੀ, ਹੋਰ ਕਾਫੀ ਜਣੇ, ਮੈਂ ਸਾਰੇ ਨਾਂ ਨਹੀਂ ਲੈ ਸਕਦਾ ਕਿਉਂਕਿ ਔਖੇ ਹੈਗੇ। ਬਹੁਤ ਸਾਰੇ ਟੈਲੈਂਟਡ ਬੰਦੇ ਕੰਮ ਕਰ ਰਹੇ ਆ ਵਧੀਆ, ਔਰ ਉਹਨਾਂ ਨੂੰ ਸਾਨੂੰ ਪੜ੍ਹਨਾ ਚਾਹੀਦਾ। ਜਸਵੰਤ ਸਿੰਘ ਕਮਲ ਜੀ ਦੇ ਨਾਵਲ ਪੜ੍ਹਨੇ ਚਾਹੀਦੇ। ਤੁਹਾਨੂੰ ਪਤਾ ਲੱਗਦਾ ਕਿਵੇਂ ਆਸਾ ਪਾਸਾ। ਹੁਣ ਹਿੰਦੀ ਦੇ ਵਿੱਚ ਤੁਸੀਂ, ਮੈਂ ਸਿਫਾਰਿਸ਼ ਕਰਦਾ ਕਿ ਰਾਗ ਦਰਬਾਰੀ, ਮੈਲਾ ਅੰਚਲ, ਠੀਕ ਹੈ, ਰਾਗ ਦਰਬਾਰੀ ਸ਼੍ਰੀ ਰਾਮ ਸ਼ੁਕਲ ਦਾ ਨਾਵਲ ਹੈ, ਬੈਸਟ ਦੁਨੀਆ ਦਾ ਮਤਲਬ ਮੰਨਿਆ ਜਾਂਦਾ ਹੈਗਾ। ਇੰਗਲਿਸ਼ ਤੁਸੀਂ ਡੇਵਿਡ ਕਾਪਰਫੀਲਡ, ਹਾਰਡੀ, ਬੜੇ ਨਾਮ ਨੇ ਜਿਹੜੇ ਇੰਗਲਿਸ਼ ਦਾ ਬਹੁਤ ਵੱਡਾ ਮਤਲਬ ਸਮੁੰਦਰ ਸਾਹਿਤ ਦਾ। ਇੰਡੀਅਨ ਰਾਈਟਰ ਨੇ, ਜੰਪਾ ਲਹਿਰੀ ਹੈਗੀ, ਠੀਕ ਹੈ ਜੀ, ਸਲਮਾਨ ਰਸ਼ਦੀ ਹੈਗਾ, BS ਨਾਏਪਾਲ ਨੇ, ਮੁਲਕ ਰਾਜ ਆਨੰਦ ਨੇ, ਬਹੁਤ ਨੇ। ਜੇ ਤੁਸੀਂ ਪੜ੍ਹ ਸਕਣਾ ਤਾਂ ਪੜ੍ਹੋ। ਬੁੱਕਰ ਪ੍ਰਾਈਜ਼ ਮਿਲਿਆ ਅਰਵਿੰਦ ਅਡਗੇ ਦੀ ਕਿਤਾਬ ਹੈ, ਜਿਹਨੂੰ ਪਿੱਛੇ ਬੁੱਕਰ ਪ੍ਰਾਈਜ਼ ਮਿਲਿਆ ਸੀਗਾ, ਵਾਈਟ ਟਾਈਗਰ, ਉਹ ਪੜ੍ਹ ਸਕਦੇ। ਬਹੁਤ ਕਿਤਾਬਾਂ ਨੇ ਪੜ੍ਹਨ ਵਾਲੀਆਂ, ਸਾਰੀਆਂ ਭਾਸ਼ਾਵਾਂ ਦੀਆਂ ਕਿਤਾਬਾਂ ਪੜ੍ਹੋ। ਯੂਰਪ ਦਾ ਗ੍ਰੀਕ, ਬੇਅੰਤ ਕਿਤਾਬਾਂ ਨੇ, ਠੀਕ ਹੈ ਜੀ, ਉਹਨਾਂ ਨੂੰ ਪੜ੍ਹੋ। ਕੋਸ਼ਿਸ਼ ਕਰੋ ਕਿ ਮੂਲ ਰੂਪ 'ਚ ਪੜ੍ਹੋ, ਕਿ ਟਰਾਂਸਲੇਸ਼ਨ ਨਾ ਪੜ੍ਹਨੀ ਪਵੇ, ਤਾਂ ਤੁਸੀਂ ਜ਼ਿਆਦਾ ਵਧੀਆ ਮਤਲਬ ਹੋਊਗਾ। ਬਸ ਮੈਂ ਤਾਂ ਇੱਕੋ ਹੀ ਸੁਨੇਹਾ ਹੈ ਵੀ ਜੋ ਵੀ ਪੜ੍ਹਨਾ ਹੈ, ਜੋ ਵੀ ਲਿਖਣਾ ਹੈ, ਉਹਦੇ ਬਾਰੇ ਪਹਿਲਾਂ ਇੰਨਾ ਪੜ੍ਹ ਲਓ ਕਿ ਤੁਹਾਨੂੰ ਲਿਖਣ ਵੇਲੇ ਕੋਈ ਤਕਲੀਫ ਨਾ ਆਵੇ। ਇਹ ਨਾ ਹੋਵੇ ਕਿ ਜੋ ਤੁਸੀਂ ਲਿਖੋ ਤਾਂ ਤੁਹਾਨੂੰ ਲੱਗੇ ਯਾਰ ਵੀ ਇਹਦੇ 'ਚ ਕੁਛ ਗੱਲ ਬਣੀ ਨਹੀਂ। ਗੱਲ ਫਿਰ ਬਣੂ ਜੇ ਤੁਸੀਂ ਪਾਠਕ ਤੋਂ ਲੇਖਣ ਵੱਲ ਆਓਗੇ। ਥੋੜੇ ਸ਼ਬਦਾਂ 'ਚ ਹੀ ਆਖਰੀ ਸਮਾਂ ਵੱਲ ਵੱਧ ਰਹੇ ਹਾਂ। ਥੀਏਟਰ ਵੱਲ ਵੀ ਤੁਹਾਡਾ ਰੁੱਖ ਹੈਗਾ, ਤੁਹਾਡੇ ਮੇਰੇ ਖਿਆਲ ਸ਼ਾਰਟ ਮੂਵੀਆਂ ਵਗੈਰਾ ਵੀ ਬਣੀਆਂ ਨੇ। ਥੋੜੇ ਸ਼ਬਦਾਂ 'ਚ ਕਿ ਨੌਜਵਾਨ ਪੀੜ੍ਹੀ ਹੈ ਜਿਵੇਂ ਉਹ ਥੀਏਟਰ ਦਾ ਕੋਈ ਜਿਵੇਂ ਕਹਾਣੀ ਲਿਖਦੇ ਆ, ਨਾਵਲ, ਉੱਧਰ ਜੇ ਜਾਣ ਵਾਸਤੇ ਉਹ ਵੱਖਰੇ ਤਰੀਕੇ ਨਾਲ ਲਿਖਣਾ ਪੈਂਦਾ ਹੈਗਾ ਜਾਂ ਕਿੱਦਾਂ, ਜਾਂ ਇਹੀ ਚੀਜ਼ਾਂ ਚੇਂਜ ਹੋ ਕੇ ਡਾਇਲੌਗ ਵਗੈਰਾ ਉਸ ਤਰ੍ਹਾਂ ਬਣ ਜਾਂਦੀਆਂ, ਉਹਦੇ ਬਾਰੇ ਥੋੜੇ ਸ਼ਬਦਾਂ 'ਚ ਦੱਸੋ। ਗੱਲ ਸਿੱਧੂ ਸਾਹਿਬ, ਗੱਲ ਇਹ ਹੈ ਵੀ ਪਿਛਲੇ ਸਮੇਂ ਸਾਡੇ ਕੋਲ ਸਕ੍ਰਿਪਟ ਦੀ ਘਾਟ ਰਹੀ ਹੈ। ਨਾਟਕ ਥੀਏਟਰ ਹੈ ਜਿਹੜਾ ਥੋੜ੍ਹੇ ਕਰਦੇ ਆ ਬੰਦੇ, ਬਹੁਤ ਡੈਡੀਕੇਸ਼ਨ ਨਾਲ ਕਰ ਰਹੇ, ਥੋੜ੍ਹੇ ਬੰਦੇ ਨੇ ਉਹ, ਤਾਂ ਉਹਦੇ ਕਰਕੇ ਨਾਟਕ ਲਿਖਿਆ ਵੀ ਘੱਟ ਗਿਆ। ਤਾਂ ਅਸੀਂ ਕਾਫੀ ਮਤਲਬ ਤਜਰਬਾ ਕੀਤਾ, ਕਹਾਣੀਆਂ ਤੋਂ ਨਾਟਕ ਲਿਖੇ। ਜਿਵੇਂ ਸਾਡੇ ਮਿੱਤਰ ਨੇ ਬੰਟੀ ਅਗਨੀਹੋਤਰੀ, ਤਾਂ ਅਸੀਂ ਰਲ ਕੇ ਇੱਕ ਗੁਰਸੇਵਕ ਸਿੰਘ ਪ੍ਰੀਤ ਹੈ ਸਾਡੇ ਲੇਖਕ, ਬਹੁਤ ਵਧੀਆ ਮੁਕਤਸਰ ਤੋਂ, ਉਹਨਾਂ ਦੀ ਕਹਾਣੀ ਖੁਸ਼ੀਆਂ ਹਾਜ਼ਰ ਹੋ, ਅੰਗੂਠਾ, ਉਹਨਾਂ ਕਹਾਣੀ ਨੂੰ ਨਾਟਕ ਦੇ ਰੂਪ 'ਚ ਖੇਡਿਆ, ਬੜਾ ਲੋਕਾਂ ਨੇ ਪਸੰਦ ਕੀਤਾ। ਮੇਰੀਆਂ ਕਹਾਣੀਆਂ ਹੈਗੀਆਂ 5 ਕਹਾਣੀਆਂ 'ਤੇ ਫਿਲਮਾਂ ਬਣ ਚੁੱਕੀਆਂ ਹੈਗੀਆਂ। ਹਾਂ, ਤਾਂ ਉਹਨਾਂ 'ਚੋਂ 2 ਕਹਾਣੀਆਂ ਵੱਡੀਆਂ ਹੈਗੀਆਂ, ਅਤੇ 3 ਕਹਾਣੀਆਂ ਛੋਟੀਆਂ ਹੈਗੀਆਂ। ਤਿੰਨਾਂ ਦੀ ਸ਼ਾਰਟ ਫਿਲਮਾਂ ਬਣੀਆਂ ਹੈਗੀਆਂ, 2 ਜਿਹੜੇ ਵੱਡੀਆਂ ਕਹਾਣੀਆਂ 40-40 ਮਿੰਟ ਦੀਆਂ ਫਿਲਮਾਂ ਬਣੀਆਂ। ਤਾਂ ਕਹਾਣੀ ਨੂੰ ਨਾਟਕ ਦੇ ਰੂਪ ਦੇ ਵਿੱਚ, ਫਿਲਮ ਸਕ੍ਰਿਪਟ ਦੇ ਰੂਪ 'ਚ ਬੜੇ ਸੌਖੇ ਤਰੀਕੇ ਨਾਲ ਢਾਲਿਆ ਜਾ ਸਕਦਾ, ਬਸ਼ਰਤੇ ਤੁਹਾਨੂੰ ਪਤਾ ਹੋਵੇ ਕਿ ਉਹ ਕਿਸ ਤਰ੍ਹਾਂ ਹੋ ਸਕਦਾ। ਕੋਈ ਇਹ ਬਾਹਲਾ ਵੱਡਾ ਕੋਈ ਰੌਕਟ ਸਾਇੰਸ ਨਹੀਂ ਹੈਗੀ ਵੀ ਆਪਾਂ ਨੂੰ ਬਹੁਤ ਵੱਡਾ ਚਾਹੀਦਾ। ਥੋੜ੍ਹੀ ਜਿਹੀ ਟ੍ਰੇਨਿੰਗ ਦੀ ਲੋੜ ਹੈ, ਥੋੜ੍ਹਾ ਤੁਹਾਨੂੰ ਕਿਸੇ ਦਾ ਮਾਰਗਦਰਸ਼ਨ ਦੀ ਲੋੜ ਹੈ। ਹਰ ਬੰਦੇ ਦਾ ਹੋ ਸਕਦਾ। ਮੈਂ ਤਾਂ ਕਹਿਣਾ ਇਹ ਸ਼ੁਭ ਸ਼ਗਨ ਹੋਊਗਾ ਜਿਹਦੇ ਸਾਡੀਆਂ ਕਹਾਣੀਆਂ ਨਾਟਕਾਂ ਦੇ ਰੂਪ ਦੇ ਵਿੱਚ ਸਟੇਜਾਂ 'ਤੇ ਖੇਡੀਆਂ ਜਾਣਗੀਆਂ। ਬਹੁਤ ਵੱਡੀ ਗੱਲ ਹੋ ਸਕਦੀ ਹੈ।
ਨਾਟਕ ਬਣਨਗੇ, ਫਿਲਮਾਂ ਬਣਨਗੀਆਂ ਤਾਂ ਸਾਡੇ ਕਹਾਣੀਕਾਰਾਂ ਨੂੰ ਵੀ ਮਾਣ ਮਿਲੂਗਾ ਔਰ ਇੱਕ ਵਿਜ਼ੂਅਲ ਮੀਡੀਆ ਰਾਹੀਂ ਅਸੀਂ ਹੋਰ ਵਧੀਆ ਢੰਗ ਨਾਲ ਆਪਦੀ ਗੱਲ ਨੂੰ ਰੱਖ ਸਕਾਂਗੇ। ਮਾਨ ਸਾਹਿਬ, ਜਦੋਂ ਅਸੀਂ ਲਿਖਦੇ ਹਾਂ ਸਾਨੂੰ ਹੁੰਦਾ ਅਖਬਾਰਾਂ ਛਪਦੇ ਆ, ਸਾਡੇ ਨਾਵਲ ਆਉਂਦੇ ਆ, ਕਹਾਣੀ ਦੀਆਂ ਕਿਤਾਬਾਂ ਆਉਂਦੀਆਂ, ਉਹਦੇ ਬਦਲੇ ਸਾਡੇ ਮਨ 'ਚ ਕਿਤੇ ਨਾ ਕਿਤੇ ਹੁੰਦਾ ਮਾਨ ਸਨਮਾਨ ਮਿਲੇ। ਤੁਹਾਨੂੰ ਇੰਨੀਆਂ ਲਿਖਤਾਂ ਬਦਲੇ ਵੀ ਇਹ ਪੈਸੇ ਵਾਲਾ ਖੇਤਰ ਤਾਂ ਹੈ ਨਹੀਂ, ਸਾਡਾ ਮਾਨ ਸਨਮਾਨ ਦਾ ਖੇਤਰ ਹੀ ਹੁੰਦਾ ਜ਼ਿਆਦਾਤਰ। ਤੁਹਾਨੂੰ ਕਿਤੇ ਮਾਨ ਸਨਮਾਨ ਮਿਲਿਆ ਜਾਂ ਕਿੰਨਾ ਕੁ ਮਿਲਿਆ? ਸੰਤੁਸ਼ਟ ਹੋ? ਮੈਨੂੰ ਕਈ ਲੇਖਕ ਸਭਾ ਨੇ ਸਨਮਾਨਿਤ ਕੀਤਾ ਹੈਗਾ, ਠੀਕ ਹੈ। ਉਹ ਤੋਂ ਬਿਨਾਂ ਜਿਹੜਾ ਹੈਗਾ ਪਾਠਕਾਂ ਦਾ ਇੰਨਾ ਜ਼ਿਆਦਾ ਪਿਆਰ ਮਿਲਿਆ, ਇੰਨਾ ਪਿਆਰ ਮਿਲਿਆ ਮੈਂ ਦੱਸ ਨਹੀਂ ਸਕਦਾ। ਮੈਂ ਕੈਨੇਡਾ ਗਿਆ ਪਿੱਛੇ, ਕੈਨੇਡਾ ਦੇ ਵਿੱਚ ਮੈਨੂੰ ਕਈ ਘਰਾਂ ਦੇ ਵਿੱਚ ਬਕਾਇਦਾ ਖਾਣੇ ਦੇ ਸੱਦਿਆ ਗਿਆ, ਤੋਹਫੇ ਵੰਡ ਕਰਨ ਦੀ ਕੋਸ਼ਿਸ਼ ਮੈਂ ਲੈਤੇ ਨਹੀਂ, ਮੈਂ ਬੇਨਤੀ ਕੀਤੀ ਹੱਥ ਜੋੜ ਕੇ ਨਹੀਂ ਮੈਂ ਲੈਣੇ ਨਹੀਂ ਗੇ। ਮਤਲਬ ਇੰਨਾ ਪਿਆਰ ਮੈਨੂੰ ਉੱਥੇ ਮਿਲਿਆ ਵਿਦੇਸ਼ ਦੀ ਧਰਤੀ ਦੇ ਉੱਤੇ। ਮੈਂ ਉੱਥੇ ਆਪਦੀ ਕਿਤਾਬ ਦੇਣ ਗਿਆ ਸੈਸਕਾਟੂਨ ਲਾਇਬ੍ਰੇਰੀ ਦੇ ਵਿੱਚ, ਤਾਂ ਉਹਨਾਂ ਨੇ ਪਹਿਲਾਂ ਸਮਝਿਆ ਮੈਂ ਕਿਤਾਬ ਵੇਚਣ ਆਇਆ ਗਾ। ਫਿਰ ਉਹਨਾਂ ਨੂੰ ਪਤਾ ਲੱਗਾ ਨਹੀਂ ਮੈਂ ਤਾਂ ਰਾਈਟਰ ਆਂਗਾ, ਅਤੇ ਉਹ ਪੂਰਾ ਸਟਾਫ ਇਕੱਠਾ ਕੀਤਾ, ਮੇਰੀ ਫੋਟੋ ਖਿੱਚੀ, ਉਹਨਾਂ ਨੇ ਮੈਥੋਂ ਕਿਤਾਬ ਲੈਤੀ, ਆਟੋਗ੍ਰਾਫ ਲੈਤਾ ਔਰ ਮੈਨੂੰ ਇੱਕ ਕਾਰਡ ਬਣਾ ਕੇ ਦਿੱਤਾ, ਤੁਸੀਂ ਜਦੋਂ ਮਰਜ਼ੀ ਲਾਇਬ੍ਰੇਰੀ 'ਚ ਆ ਸਕਦੇ ਹੋ। ਮੈਨੂੰ ਆਨਰਰੀ ਮੈਂਬਰ ਬਣਾ ਲਿਆ ਸੈਸਕਾਟੂਨ ਕੈਨੇਡਾ ਦੇ ਵਿੱਚ। ਸਾਡੇ ਲਈ ਬਹੁਤ ਵੱਡਾ ਮਾਣ ਹੈ। ਉਹ ਮਾਣ ਦੀ ਗੱਲ ਹੈ। ਮੈਂ ਇੱਕ ਰਾਈਟਰ ਹੋਣ ਦੇ ਤੌਰ 'ਤੇ ਜਿੱਥੇ ਵੀ ਮੈਂ ਗਿਆ, ਜਿੱਥੇ ਜਿਹਨੂੰ ਵੀ ਮੇਰਾ ਪਤਾ ਲੱਗਾ ਕਿ ਰਾਈਟਰ ਹੈ, ਇੰਟਰਵਿਊ ਚੱਲੀ ਕੈਨੇਡਾ ਦੇ ਕਈ ਉਹਨਾਂ ਦੇ ਉੱਤੇ। ਮਲੇਸ਼ੀਆ ਗਿਆ, ਮਲੇਸ਼ੀਆ ਦੇ ਵਿੱਚ ਮੈਨੂੰ ਸਪੈਸ਼ਲ ਇੱਕ ਸਾਡਾ ਸਿੰਘੀ ਰੇਡਰ ਕਲੱਬ ਹੈ, ਉਹਨਾਂ ਨੇ ਬੁਲਾ ਕੇ ਸਨਮਾਨਿਤ ਕੀਤਾ ਔਰ ਪਾਰਟੀ ਕੀਤੀ ਮੇਰੇ ਵਾਸਤੇ ਬਹੁਤ ਵੱਡੀ, ਬਹੁਤ ਪੈਸੇ ਖਰਚ ਕਰਤੇ। ਮੈਂ ਤਾਂ ਮਤਲਬ ਆਪਦੇ ਮਨ 'ਚ ਕਹਿ ਰਿਹਾ ਸੀ ਵੀ ਐਡਾ ਲੇਖਕ ਨਹੀਂ ਹੈ ਜਿੰਨੇ ਪੈਸੇ ਖਰਚ ਕਰੀਏ। ਨਹੀਂ, ਲੇਖਕਾਂ ਲਈ ਤਾਂ ਸਨਮਾਨ ਬੜੀ ਵੱਡੀ, ਸਾਰੇ ਲੇਖਕ ਇੱਕੋ ਜਿਹੇ। ਬਹੁਤ ਮਤਲਬ ਪਿਆਰ ਮਿਲਿਆ ਬਹੁਤ ਹੀ ਜ਼ਿਆਦਾ। ਮੈਂ ਸਮਾਜ ਸੇਵਾ 'ਚ ਬਹੁਤ ਕੰਮ ਕੀਤਾ। ਸਮਾਜ ਸੇਵਾ ਦਾ ਤੁਹਾਡਾ ਬਹੁਤ ਅੱਛਾ ਕੰਮ ਹੈ। ਹਾਂ, ਬਹੁਤ ਮੈਨੂੰ ਮਾਣ ਸਨਮਾਨ ਮਿਲਿਆ, ਪਰ ਰਾਈਟਰ ਦੇ ਤੌਰ 'ਤੇ ਇੱਕ ਜਿਹੜਾ ਵੱਖਰਾ ਹੀ ਆਨੰਦ ਹੈਗਾ ਔਰ ਵੱਖਰੀ ਇੱਕ ਪਛਾਣ ਹੈਗੀ ਹੈ ਤੁਹਾਡੀ। ਇੱਕ ਛੋਟਾ ਸਵਾਲ, ਸਾਹਿਤਕ ਜਿਹੜੇ ਅਵਾਰਡ ਮਿਲਦੇ ਨੇ ਜਿਵੇਂ ਢਾਹਾ ਪੁਰਸਕਾਰ ਹੈ, ਸਾਹਿਤਕ ਅਕਾਦਮੀ ਪੁਰਸਕਾਰ ਹੈ, ਹੋਰ ਸਾਰੇ ਕਾਫੀ ਜਿੱਦਾਂ ਰਾਮ ਸਰੂਪ ਅਣਖੀ ਪੁਰਸਕਾਰ ਹੈ, ਕਈ ਸਾਹਿਤਕ ਅਕਾਦਮੀਆਂ ਨੇ ਹੋਰ ਵੀ ਬਣਾਏ ਹੋਏ ਆ ਛੋਟੇ ਪੱਧਰ 'ਤੇ, ਉਹ ਜਿਹੜੇ ਅਵਾਰਡ ਮਿਲਦੇ ਜਿੱਦਾਂ ਸਾਹਿਤਕ ਅਕਾਦਮੀ ਅਵਾਰਡ, ਢਾਹਾ ਪੁਰਸਕਾਰ, ਹੋਰ ਵੱਡੇ ਵੱਡੇ ਪੁਰਸਕਾਰ, ਕੀ ਉਹ ਸ਼੍ਰੇਸ਼ਠ ਲੇਖਕਾਂ ਨੂੰ ਮਿਲਦੇ ਆ ਜਾਂ ਵੀ ਕੁਛ ਲੇਖਕ ਰਹਿ ਵੀ ਜਾਂਦੇ ਜਿਹੜੇ ਉਹਦੇ ਹੱਕਦਾਰ ਹੁੰਦੇ ਆ, ਉਹਨਾਂ ਨੂੰ ਮਿਲਿਆ ਨਹੀਂ ਹੁੰਦਾ? ਅਫਸੋਸ ਜਿਹਾ ਹੁੰਦਾ ਯਾਰ ਬੜੀ ਵਧੀਆ ਪੱਧਰ 'ਤੇ ਅਸੀਂ ਕਿਤਾਬਾਂ ਲਿਖੀਆਂ, ਨਾਵਲ ਲਿਖੇ, ਸਾਨੂੰ ਮਾਨ ਸਨਮਾਨ ਨਹੀਂ ਮਿਲਿਆ। ਕੀ ਮੰਨਦੇ ਹੋ ਤੁਸੀਂ ਅਵਾਰਡਾਂ ਨੂੰ? ਕੀ ਅਵਾਰਡ ਕੀ ਹੈ? ਦੇਖੋ, ਸਾਰੇ ਅਵਾਰਡਾਂ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ ਕਿ ਸਾਰੇ ਅਵਾਰਡ ਸਹੀ ਮਿਲਦੇ ਆ, ਸਹੀ ਗਲਤ ਮਿਲਦੇ ਆ, ਪਰ ਸਾਡੀ ਦਿਖਾਂਤ ਹੈ ਵੀ ਹਮੇਸ਼ਾ ਸਾਡੇ ਅਵਾਰਡਾਂ 'ਤੇ ਇਸ ਗੱਲ ਦਾ ਦੋਸ਼ ਤਾਂ ਲੱਗਦਾ ਹੀ ਰਿਹਾ, ਲਗਾਤਾਰ ਲੱਗ ਰਿਹਾ ਦੋਸ਼, ਕਿ ਮੱਠਾਂ ਨੂੰ ਪ੍ਰਮੋਟ ਕੀਤਾ ਜਾਂਦਾ। ਤੂੰ ਮੇਰੀ ਪਿੱਠ ਖੁਰਕ, ਮੈਂ ਤੇਰੀ ਖੁਰਕਦਾ ਜੀ, ਤੂੰ ਮੇਰੀ ਪਿੱਠ ਥਪਥਪਾ, ਮੈਂ ਤੇਰੀ ਥਪਥਪਾਉਣਾ। ਸੋ ਮੈਂ ਸਾਰੇ ਵਾਸਤੇ ਤਾਂ ਨਹੀਂ ਕਹਿ ਸਕਦਾ, ਕੁਝ ਪੁਰਸਕਾਰ ਸਹੀ ਵੀ ਮਿਲਦੇ ਆ, ਇਹੋ ਜਿਹੀ ਗੱਲ ਨਹੀਂ, ਚੰਗੇ ਲੇਖਕਾਂ ਨੂੰ ਮਿਲੇ ਵੀ ਹੈ, ਪਰ ਅਹੁਦੇ ਦਾ, ਸਥਾਨ ਦਾ ਔਰ ਤੁਹਾਡੀ ਤਾਕਤ ਦਾ ਉੱਥੇ ਮੈਨੂੰ ਲੱਗਦਾ ਵੀ ਫਾਇਦਾ ਮਿਲਦਾ ਲੇਖਕਾਂ ਨੂੰ। ਹਾਂ, ਬਹੁਤ ਸਾਰੇ ਸਾਡੇ ਲੇਖਕ ਵੱਡੇ ਲੇਖਕ ਨੇ, ਚਲੋ ਆਪਾਂ ਤਾਂ ਕਿਸੇ ਗਿਣਤੀ 'ਚ ਨਹੀਂ ਹੈਗੇ, ਜਿਵੇਂ ਕਹਿੰਦਾ 3 ਨਾ 13 ਚਾਂਗੇ, ਪਰ ਜਿਹੜੇ ਵੱਡੇ ਨੇ ਬਹੁਤ ਸਾਰੇ ਉਹ ਬੰਦੇ ਹਜੇ ਤੱਕ ਉਹਨਾਂ ਨੂੰ ਨਹੀਂ ਮਿਲੇ ਸਨਮਾਨ, ਤਾਂ ਪਿੱਛੇ ਕੋਈ ਕਾਰਨ ਤਾਂ ਹੈਗਾ ਹੀ ਹੈ। ਹੈਗਾ ਕਾਰਨ ਤਾਂ, ਉਹ ਹੱਕਦਾਰ ਜ਼ਰੂਰ ਸੀਗੇ। ਜਸਵੰਤ ਸਿੰਘ ਕੰਵਲ ਜੀ ਹੈ ਵਿਚਾਰਿਆਂ ਨੂੰ, ਸਾਰਿਆਂ ਨੂੰ ਜੋ ਐਨ ਉਮਰ ਦੇ ਆਖਰੀ ਪੜਾਅ ਦੇ ਵਿੱਚ ਉਹਨਾਂ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਦਿੱਤਾ। ਉਹ ਤਾਂ ਪਹਿਲਾਂ ਮਿਲਦਾ, ਬੜੀ ਵੱਡੀ ਹਸਤੀ ਕੀਤਾ ਉਹਨਾਂ ਨੇ, ਕਹਿੰਦੇ ਮੈਂ ਲੈਣਾ ਨਹੀਂ ਯਾਰ, ਮੈਂ ਤੁਹਾਡੇ ਪੁਰਸਕਾਰ ਤੋਂ ਉੱਪਰ ਆਂਗਾ। ਸੋ ਭਾਈ ਇਹ ਉਹਨਾਂ ਦੇ ਪਾਠਕ ਵਰਗ ਕਰੋੜਾਂ 'ਚ, ਲੱਖਾਂ 'ਚ ਨਹੀਂ, ਵਿਸ਼ਾਲ ਕਹਿ ਸਕਦੇ। ਹੋਰ ਬੜੇ ਲੇਖਕ ਨੇ, ਪਿੱਛੇ ਸਾਥੀ ਜੀ ਸਾਡੇ ਜਿਹੜੇ ਵੱਡੇ ਇਨਕਲਾਬੀ ਕਵੀ ਆ ਉਹ ਚਲੇ ਗਏ, ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਵਿਚਾਰਿਆਂ ਨੂੰ, ਤੇ ਉਹ ਲੇਖਕ ਪੁਰਸਕਾਰ ਲੈ ਗਏ ਜਿਨ੍ਹਾਂ ਦੀਆਂ ਕਿਤਾਬਾਂ ਬਾਰੇ ਬਹੁਤੀ ਗੱਲ ਨਹੀਂ ਹੁੰਦੀ ਜਾਂ ਲੋਕ ਪਸੰਦ ਨਹੀਂ ਕੀਤਾ। ਸੋ ਹੈਗਾ ਕਿਤੇ ਨਾ ਕਿਤੇ ਥੋੜਾ ਮੋਟਾ ਫਰਕ, ਪਰ ਸਾਰੇ ਨਹੀਂ, ਕਈ ਥਾਵਾਂ 'ਤੇ ਸਹੀ ਬੰਦਿਆਂ ਨੂੰ ਵੀ ਮਿਲ ਰਿਹਾ, ਬਹੁਤ ਵਧੀਆ ਮਿਲ ਰਿਹਾ, ਔਰ ਪੁਰਸਕਾਰ ਮਿਲਣ ਵਾਲਾ ਬੰਦਾ ਖੁਸ਼ ਤਾਂ ਮਹਿਸੂਸ ਕਰਦਾ ਹੀ ਹੈ। ਦੇਖੋ, ਇੱਕ ਬੰਦੇ ਨੂੰ ਲਿਖਣ, ਹੋਰ ਚੰਗਾ ਲਿਖਣ ਦੀ ਕੋਸ਼ਿਸ਼, ਬਿਲਕੁਲ ਬਲ ਮਿਲਦਾ ਹੈ ਜੀ ਲਿਖਣ ਦਾ, ਔਰ ਬੰਦਾ ਚਾਹੁੰਦਾ ਹੈ ਕਿ ਹਰ ਬੰਦਾ ਦਾ ਇੱਕ ਇੱਛਾ ਹੁੰਦੀ ਹੈ ਕਿ ਉਹਨੂੰ ਮਾਣ ਸਨਮਾਨ ਮਿਲੇ, ਕਿਉਂਕਿ ਨਾਮ ਵਾਸਤੇ ਭੱਜੇ ਫਿਰਦੇ ਸਾਰੇ, ਤਾਂ ਇਸ ਕਰਕੇ ਹੈ। ਚਲੋ ਕੋਈ ਗੱਲ ਨਹੀਂ, ਇਹ ਹਰ ਚੀਜ਼ ਦੇ ਵਿੱਚ ਦੋਨੇ ਪਾਸੇ ਹੀ ਹੁੰਦੇ ਆ, ਚੰਗਾ ਪਾਸਾ ਵੀ ਹੁੰਦਾ, ਮਾੜਾ ਪਾਸਾ ਵੀ, ਦੋਨੇ ਪਾਸੇ ਅਵਾਰਡ ਵਾਲੇ ਪਾਸੇ ਵੀ ਹੈਗੇ ਆ। ਤੁਸੀਂ ਆਪਦਾ ਜਿਹੜਾ ਅਵਾਰਡ ਕਿਸ ਨੂੰ? ਮੇਰਾ ਅਵਾਰਡ ਮੇਰੇ ਪਾਠਕ ਨੇ, ਮੇਰੇ ਦਰਸ਼ਕ ਨੇ, ਮੇਰੇ ਅਵਾਰਡ ਉਹੀ ਨੇ ਮੇਰੇ ਵਾਸਤੇ। ਤਾਂ ਜਦੋਂ ਮੇਰਾ ਦਰਸ਼ਕ ਮੈਨੂੰ ਜਾਂ ਮੇਰਾ ਇੱਕ ਪਾਠਕ ਮੈਨੂੰ ਫੋਨ ਕਰ ਦਿੰਦਾ, ਮੇਰੀ ਕਹਾਣੀ ਛਪਦੀ ਹੈ ਤਾਂ ਮੈਨੂੰ 50 ਫੋਨ ਆਉਂਦੇ ਆ, ਤਾਂ ਉਸ ਦਿਨ ਮੈਂ 50 ਅਵਾਰਡ ਲੈ ਚੁੱਕਿਆ ਹੁੰਦਾ। ਸੋ ਮੇਰੇ ਵਾਸਤੇ ਉਹੀ ਨੇ, ਪਿਆਰ ਕਰਦਾ, ਉਹ ਮੈਨੂੰ ਪਿਆਰ ਕਰਦੇ, ਬਸ ਇੰਨਾ ਹੀ ਰਿਸ਼ਤਾ ਬਹੁਤ ਹੈਗਾ। ਮਾਨ ਸਾਹਿਬ, ਆਖਰੀ ਸਫਾਂ ਦੀ ਵੱਲ ਵਧ ਰਹੇ ਹਾਂ। ਸਾਡੀ ਨੌਜਵਾਨ ਜਨਰੇਸ਼ਨ ਹੈ, ਸਾਡਾ ਦੁਖਾਂਤਕ, ਮੈਂ ਤਾਂ ਇੱਕ ਜਸਵੰਤ ਸਿੰਘ ਕੰਵਲ ਜੀ ਦੀ ਇੱਕ ਗੱਲ ਯਾਦ ਆ ਜਾਂਦੀ ਹਮੇਸ਼ਾ ਹੀ, ਜਦੋਂ ਹਰ ਵਾਰ ਮੈਂ ਇੰਟਰਵਿਊ ਕਰਦਾ, ਮੈਂ ਅਕਸਰ ਇਹ ਗੱਲ ਬੋਲਦਾ ਹੁੰਦਾ, ਉਹਨਾਂ ਨੇ 3 ਵਾਰ ਦਵਾ ਪਾਇਆ ਇੱਕੋ ਗੱਲ ਸੀ। ਉਹ ਕਹਿੰਦੇ ਮਨੁੱਖ ਦੀਆਂ ਵਧੀਆ ਮਿੱਤਰ ਹਨ ਕਿਤਾਬਾਂ, ਕਿਤਾਬਾਂ, ਕਿਤਾਬਾਂ। ਸੋ ਬਹੁਤ ਵੱਡਾ ਦੁਖਾਂਤ ਸਾਡਾ। ਮੈਂ ਜ਼ਿਆਦਾਤਰ ਕੋਸ਼ਿਸ਼ ਸਾਹਿਤਕਾਰਾਂ ਦੀ ਇੰਟਰਵਿਊ ਕਰਨ ਦੀ ਕੋਸ਼ਿਸ਼ 'ਚ ਲੱਗਿਆ ਹੋਇਆ, ਦਿਨ ਰਾਤ ਇੱਕ ਕਰਕੇ, ਕਿ ਸਾਡੇ ਨੌਜਵਾਨ ਪੀੜ੍ਹੀ ਹੈ ਜਿਹੜੀ ਉਹਨੂੰ ਹੁੱਜਾ ਮਾਰ ਕੇ ਜਗਾਈਏ। ਸੋ ਸਾਡੀ ਨੌਜਵਾਨ ਪੀੜ੍ਹੀ, ਪੰਜਾਬੀ 'ਚ ਕੁਛ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ, ਵੀ ਖਤਮ ਹੀ ਹੁੰਦਾ ਜਾ ਰਿਹਾ ਸਾਹਿਤ ਵਾਲੇ ਪਾਸੇ ਪੱਖ ਹੈ ਜਿਹੜਾ ਮੁੰਡੇ ਕੁੜੀਆਂ ਦਾ WhatsApp 'ਤੇ ਹੋ ਗਿਆ, ਨੈੱਟਵਰਕ 'ਤੇ ਹੋ ਗਿਆ, ਹੈ ਨਾ। ਤੁਸੀਂ
आखिरी कोई साथों गल पुछण वाली रह गई होवे जां कोई गल तुहाडे मन च होवे दस्सण वाली जां नौजवान पीढ़ी नूं कोई ਸਾਹਿਤਕ प्रेरित करन वाले कोई गल कहना चाहुंदे हो तो जरूर साडे नौजवान पीढ़ी नाल सांझी करो जी ताकि वो थोड़ा जिहा इस गल वल आ सकण। जिवें तुहानूं ਪਹਿਲਾਂ ही दस्सिआ भी नौजवानों का जोड़ा सुभाव की है होर पासे चले जाना, कारण है बचपन च उन्होंने इधरले पासे नहीं लाया आप। पर कोई गल नहीं, निराश होने की लोड़ नहीं होंगी, चीज़ां हौली हौली ठीक हो जांदियां होंदियां। सानूं कॉलेजां च यूनीवर्सिटियां दे विच पिंडां दीयां लाइब्रेरियां दे विच थोड़ी जी मेहनत करने की लोड़ है। सारे मुड़े आउणगे बड़े सियाणे ने, कोई इहो जी गल नहीं है। अज दा नौजवान कोई ऐ नहीं हैगा, ठीक है भी उहनूं अकल नहीं है जां उहनूं पता नहीं, सारा कुछ पता हैगा। तो बाकी नौजवानों वास्ते अपील है भी तुसीं जिंदगी दे विच जदों तुसीं पढ़दे नहीं, तुसीं एक नकली जिंदगी जिउण लग जाते हो। असीं टेप गाने इहो ਜਿਹੇ आ रहे हैं, कुछ चीज़ां इहो देख रहे हैं, माहौल इहो जिहा जिहदे नाल सानूं जिहड़ा असीं आपदा हकीकत भुल गए भी असीं हाँ कौन, साडे पैर कित्थे ने, साडा इतिहास की है। सो थोड़ा तुसीं जे ਸਾਹਿਤ ਵੱਲ मुड़ोगे तो तुहानूं जिंदगी का वो पासा भी दसूगा जिहड़ा असली है, यथार्थ है। तो जिहड़ियां समस्यावां पैदा हो रही इस नकलीपन नाल वो दूर हो जाणगीਆਂ जो ਸਾਹਿਤ पढ़ांगे। असीं ਸਾਹਿਤ पढ़ो सारे जणे, चंगा ਸਾਹਿਤ नूं माणो, चंगा संगीत सुनो, बस यही चीज़ां चंगियां हैगियां चंगी जिंदगी जिउण वास्ते। भुपिंदर मान जी साडी सानू साडे समुची टीम नूं बड़ी खुशी है कि असी एक बहुत अच्छे नावलकार दी इंटरव्यू की है, क्योंकि साडे नौजवान पीढ़ी नूं सेध देण वास्ते असीं बहुत सोहणीਆਂ गल्लां दस्सियां। सो तुहाडा चढ़दी कला मालवनी तो बहुत बहुत असीं अपने वल्लों पूरी टीम वल्लों तुहाडा धन्नवाद करदे हां कि साडी पीढ़ी नूं तुसीं अगे लिआउण लई दिन रात उपराला कर रहे हो और पंजाबी माँ बोली दी सेवा दे विच दिन रात लगे हो। सो तुहाडा बहुत बहुत धन्नवाद। मेरे वालों भी चढ़दी कला ते मालवा न्यूज़ की पूरी टीम का धन्नवाद, उन्होंने सारे दर्शकों का धन्नवाद जिन्होंने मैं गल साझी होगी मेरी। और मैं फिर बेनती करदा, एक भी जे दर्शक या नौजवान मेरी गल सुन के किताबां पढ़न लग जूगा तो समझ लो मेरी इंटरव्यू सफल हो गई, तुहाडे नाल मिलना मेरा सफल हो गया। सो हमेशा तुहाडे वास्ते मैं हाज़र हाँ तो कोशिश करूँगा कि वधिया लिखदा रहा। सो ये सन साडे बहुत ही अजीज़ मौड़ मंडी तो साडे बहुत ही प्यारे बड़े वीर साडे दोस्त भुपिंदर सिंह मान जी, जिन्हां ने अपनी नावलकारी बारे, नावल की विधा बारे, नौजवान पीढ़ी नूं इस पासे वल मोड़ के लिआउण बारे बहुत सारियां गल्लां दस्सियां। सो बहुत बहुत धन्नवाद है जिन्हां दा। अगली बारी किसी होर ਸਾਹਿਤਕਾਰ ਨੂੰ, ਕਿਸੇ बुद्धिमान विद्वान दोस्त ਨੂੰ ਤੁਹਾਡੇ रूबरू करवावांगे। सो तद तक ਲਈ ਤੁਹਾਡੇ ਆਪਣੇ जसवीर सिद्धू ਨੂੰ ਦਿਓ इजाजत। मेरे ਵੱਲੋਂ ਸਾਰੇ ਦੋਸਤਾਂ ਨੂੰ सत श्री अकाल।